ਕਦੀ ਇਹੋ ਜਿਹਾ ਹੋਇਆ ਤੁਹਾਨੂੰ ਕਿਸੇ ਪੋਲੀਟੀਸ਼ੀਅਨ ਨੇ ਕਹਿਤਾ ਉਹ ਜਿੱਤ ਕੇ MLA MP ਆ ਮਿਨਿਸਟਰ ਬਣ ਗਿਆ ਵੀ ਉਹ ਪਿੰਡ ਨੇ ਵੋਟਾਂ ਨਹੀਂ ਪਾਈਆਂ, ਉਸ ਪਰ ਮੈਂ ਪਰਚਾ ਦੇਣਾ, ਉਸ ਵਿਅਕਤੀ ਨੇ ਮੇਰੇ ਖਿਲਾਫ ਚੋਣ ਪ੍ਰਚਾਰ ਕੀਤਾ, ਉਸ ਨੂੰ ਪਰਚਾ ਦੇਣਾ, ਇਹ ਹੁੰਦਾ? ਇਹ ਹੁੰਦਾ ਹੈਗਾ, ਹਰ ਵਾਰੀ ਹੁੰਦਾ ਹੈਗਾ, ਨੋ ਡਾਊਟ ਅਬਾਊਟ ਇਟ। ਇਹ ਵੀ ਹੁੰਦਾ ਹੈਗਾ। ਇਹ ਪੰਚਾਇਤ ਜਿਹੜੀ ਹੈਗੀ ਹੈ ਮੇਰੇ ਖਿਲਾਫ ਹੈਗੀ ਹੈ, ਇਹ ਕੰਮ ਸਾਡੀ ਇੰਟੈਲੀਜੈਂਸ ਵੀ ਕਰਦੀ ਹੈ। ਇਹ ਪੰਚਾਇਤ ਸਾਡੇ ਖਿਲਾਫ ਹੈਗੀ ਹੈ। ਇਹਦਾ ਜਿਹੜਾ ਪੰਚਾਇਤ ਦੇ ਮੈਂਬਰ ਹੈਗੇ ਨੇ, ਇਸ ਪਿੰਡ ਦੇ ਜਿਹੜੇ ਰਸੂਖਦਾਰ ਵਿਅਕਤੀ ਹੈਗੇ ਨੇ ਜਾਂ ਸ਼ਹਿਰ ਦੇ ਰਸੂਖਦਾਰ ਹੈਗੇ, ਇਹਨਾਂ ਦੇ ਵੀਕ ਪੁਆਇੰਟ ਕੱਢੋ, ਇਹਨਾਂ ਦੇ ਵੀਕ ਪੁਆਇੰਟ ਕੱਢੋ ਤਾਂ ਕਿ ਇਹਨਾਂ ਦੀ ਕੰਨ ਮਰੋੜਿਆ ਜਾ ਸਕੇ, ਜਿਹਨੂੰ ਕਿ ਆਮ ਭਾਸ਼ਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਗਲਤ ਹੈ ਕਿ ਸਹੀ ਹੈ ਮੈਂ ਨਹੀਂ ਕਹਿ ਸਕਦਾ, ਬਲੈਕਮੇਲ ਕਰਨਾ ਜਿਹੜਾ ਹੁੰਦਾ ਇਹ ਅਮਾਉਂਟ ਹੁੰਦਾ ਕਿ ਤੁਸੀਂ ਜਿਹੜੇ ਹੈਗੇ ਸਰਕਾਰ ਦੇ ਖਿਲਾਫ ਹੈਗੇ, ਤੁਹਾਡੀ ਵੀਕਨੈਸ ਲੱਭੇਗੀ, ਤੁਹਾਡੀ ਵੀਕਨੈਸ ਲੱਗ ਕੇ ਹੋਏਗਾ ਠੀਕ ਹੈ ਇਹ ਤੁਹਾਡੀ ਵੀਕਨੈਸ ਹੈਗੀ, ਹੁਣ ਤੁਸੀਂ ਜਾਓਗੇ ਕਿਤੋਂ? ਇਹ ਸਾਰੇ ਜਿਹੜੇ ਪਰਪੰਚ ਹੈਗੇ ਨੇ ਇਹ ਪੋਲਿਟਿਕਸ ਦੇ ਵਿੱਚ ਇੰਨੇ ਜ਼ਿਆਦਾ ਇਸਤੇਮਾਲ ਹੁੰਦੇ ਹੈਗੇ ਨੇ that you can't even imagine। ਕਿ ਇੱਦਾਂ ਵੀ ਕੋਈ ਹੁੰਦਾ ਵੀ ਜਦੋਂ ਮੇਰੀ ਪਾਰਟੀ ਵੀ ਸ਼ਾਮਲ ਨਾ ਹੋਇਆ ਤੇ ਕੇਸ ਦੇ ਦੂੰਗਾ, ਤੇ ਪਿੱਛੇ ਇਨਕਮ ਟੈਕਸ ਦੀ ਰੇਡ ਪਵਾ ਦੂੰਗਾ, ਤੇ ਪਿੱਛੇ ਡੀ ਛੱਡ ਦੂੰਗਾ, ਹੁੰਦਾ? ਬਿਲਕੁਲ ਹੁੰਦਾ, 100% ਹੁੰਦਾ ਹੈਗਾ, ਨੋ ਡਾਊਟ ਅਬਾਊਟ ਇਟ। ਇਹਦੇ ਤੁਹਾਨੂੰ ਐਗਜ਼ਾਮਪਲ ਚਾਹੀਦੇ ਹੈਗੇ ਨੇ, ਤੁਸੀਂ ਅਖਬਾਰ ਖੋਲ ਕੇ ਵੇਖ ਲਿਓ, ਤੁਹਾਨੂੰ ਪਤਾ ਹੈਗਾ ਨੇ ਮੇਰੇ ਕੋਲੋਂ ਕਿਉਂ ਕਹਾਣਾ ਚਾਹੁੰਦੇ ਹੈਗੇ, ਸਾਰਿਆਂ ਨੂੰ ਪਤਾ ਹੈ ਕੀ ਹੁੰਦਾ ਹੈਗਾ, ਖੁੱਲ ਕੇ ਹੁੰਦਾ ਹੈਗਾ। ਅੱਜ ਕੱਲ ਹੋ ਰਿਹਾ, ਅੱਜ ਕੱਲ ਦਿਨਾਂ 'ਚ ਹੋ ਰਿਹਾ, ਹਮੇ ਪਹਿਲੇ ਵੀ ਹੁੰਦਾ ਰਿਹਾ ਸੀ, ਹੁਣ ਵੀ ਹੋ ਰਿਹਾ, ਅੱਗੇ ਵੀ ਹੁੰਦਾ ਰਹੇਗਾ। ਮੈਂ ਇਸ ਗੱਲ ਦਾ ਮੈਂ ਦਾਅਵਾ ਕਰਨਾ ਹੈਗਾ, ਪਹਿਲੇ ਵੀ ਹੁੰਦਾ ਰਿਹਾ ਸੀ, ਹੁਣ ਵੀ ਹੁੰਦਾ ਹੈਗਾ, ਅੱਗੇ ਵੀ ਹੁੰਦਾ ਰਹੇਗਾ। ਖਬਰ ਪੜ੍ਹ ਲਈ ਹੋਣੀ ਅੱਜ ਦੀ, ਕੌਣ ਕਿੱਧਰ ਗਿਆ? ਨੈਚੁਰਲੀ ਥੋੜਾ ਬਹੁਤ ਪਤਾ ਹੁੰਦਾ ਹੀ ਹੈਗਾ, ਔਰ ਚੂੰਕਿ ਮੇਰੀ ਬੈਕਗ੍ਰਾਉਂਡ ਪੁਲਿਸ ਵਾਲੇ ਦੇ ਰਹਿ ਚੁੱਕੀ ਹੈਗੀ ਹੈ, ਤੇ ਫਿਰ ਤਾਂ ਇਹ ਵੀ ਹੁੰਦਾ ਹੋਊਗਾ ਨਾ, ਜੇ ਕਿਸੇ ਪੁਲਿਸ ਵਾਲੇ ਨੇ ਕੋਈ ਨਸ਼ੀਲਾ ਪਦਾਰਥ ਪਕੜ ਲਿਆ, 1 ਕਿਲੋ 2 ਕਿਲੋ ਪਕੜ ਲਿਆ, ਪਰਚੇ ਵਿੱਚ 1 ਕਿਲੋ ਦਿਖਾ ਦੀ ਪਕੜ 2 ਕਿਲੋ ਲਿਆ, ਇਹ ਵੀ ਹੁੰਦਾ ਹੋਊਗਾ? ਇਹ ਵੀ ਹੁੰਦਾ ਹੈਗਾ। ਇਹਨੂੰ ਕਹਿੰਦੇ ਨੇ ਅਸੀਂ ਰੀਸਰਕੂਲੇਸ਼ਨ। ਜੇ ਮੈਂ ਕੋਈ ਪੁਰਾਣੇ ਸਮਾਂ 'ਚ ਜਾਵਾਂ ਜਦੋਂ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਵੀ ਸੀ, ਕਈ ਵਾਰੀ ਹੁੰਦਾ ਸੀ ਇੱਕ ਜ਼ਖੀਰਾ ਜਿਹੜਾ ਹੈਗਾ, ਇੱਕ ਹਾਲ ਜਿਹੜਾ ਹੈਗਾ RDX ਦਾ ਜਾਂ ਬੰਦਾ ਕਿਤੋਂ ਫੜਿਆ ਗਿਆ, ਉਹੀ ਰਿਕਵਰੀ ਕਈ ਵਾਰੀ ਦੂਜੀ ਥਾਵਾਂ ਤੇ ਪਾ ਦਿੱਤੀ ਜਾਂਦੀ ਸੀ। ਇਹਨੂੰ ਰਿਕਵਰ ਇੱਥੋਂ ਹੋਇਆ, ਕੇਸ ਦੇ ਵਿੱਚ ਖੁਰਦਬੁਰਦ ਥੋੜਾ ਬਹੁਤ ਹੋ ਗਿਆ, ਪਾਰਟ ਆਫ ਇਟ ਕਿਸੇ ਹੋਰ ਸਟਾਂ ਤੋਂ ਕਿਸੇ ਤੋਂ ਤੇ ਪਾਣਾ ਹੈਗਾ ਜਾਂ ਰਿਕਵਰ ਕਰਨਾ ਹੈ, ਵਾਟਐਵਰ ਇਟ ਇਜ਼। ਔਰ ਇਹੀ ਚੀਜ਼ਾਂ ਜਿਹੜੀ ਹੈਗੀਆਂ ਡਰੱਗ ਕੇਸ ਦੇ ਵਿੱਚ ਹੁੰਦੀ ਹੈ। ਇੱਕ ਵਾਰੀ ਬਾਅਦ ਹੀ ਮੈਂ ਕਿਸੇ ਮੰਤਰੀ ਨੂੰ ਕੁੱਟ ਦਿੱਤਾ ਸੀ ਤੇ ਉਹ ਬਣ ਗਈ ਹੈ ਖੜਕੂ ਵਾਲੀ, ਵਰਨਾ ਮੈਂ ਵੀ ਚੰਗੀ ਥਾਵਾਂ ਤੇ ਪੋਸਟਿੰਗ ਖਾਂਦਾ, ਆਰਾਮ ਦੇ ਨਾਲ ਬਹਿੰਦਾ। 10 ਵਾਰੇ ਮੈਨੂੰ ਸਟੇਟ ਦੇ ਵਿੱਚੋਂ ਕੱਢਿਆ, ਜਦੋਂ ਸਟੇਟ ਦੇ ਮੈਨੂੰ ਕੱਢਿਆ ਗਿਆ ਸੀ ਵੇ ਬੈਕ ਇਨ 81, 10 ਵਾਰੇ ਬਾਹਰ ਰਿਹਾ ਸੀ। ਉਸ ਵੇਲੇ ਮੈਨੂੰ ਕਿਹਾ ਸੀ ਬਸ ਉੱਥੋਂ ਨਿਕਲ ਜਾ ਤੂੰ, ਵਰਨਾ ਤੇਰੇ ਖਿਲਾਫ ਪਰਚੇ ਹੋ ਜਾਣਗੇ। ਧਮਕੀਆਂ ਵੀ ਆਉਂਦੀਆਂ ਸਰ ਇੱਦਾਂ? ਆਫ ਕੋਰਸ ਮੇਰਾ ਆਪਣੇ ਨਾਲ ਹੋਇਆ ਕਿ ਇਹ ਕੰਮ ਜਿਹੜਾ ਹੈਗਾ, ਉਹ ਕੇਸ ਵੀ ਕਿਸੇ ਸਿੰਪਲ ਜਿਹਾ ਕੇਸ ਸੀ ਕਿ ਮਰਡਰ ਹੈਗਾ, ਤੁਸੀਂ ਮਰਡਰ ਕੀਤਾ, ਇਹ ਜਿਹੜੇ ਹੈਗੇ ਨੇ ਬੇਗੁਨਾਹ ਹੈਗੇ ਨੇ, ਤੇ ਹੁਕਮ ਹੋਇਆ ਕਿ ਜੀ ਮਰਡਰ ਕੇਸ ਇਹਨੂੰ ਛੱਡ ਕੇ ਤੇ ਪਾ ਦਿਓ। ਇਸ ਤਰ੍ਹਾਂ ਦਾ ਕੇਸ ਸੀ। ਮੈਂ ਕਿਹਾ ਜੀ ਮੈਂ ਤੇ ਕਰਦਾ ਨਹੀਂ, ਤੇ ਹੋਇਆ ਸੀ ਠੀਕ ਹੈ ਸਟੇਟ ਛੱਡ ਕੇ ਚਲੇ ਜਾਓ। ਵੀ ਹੁਣ ਪੰਜਾਬ 'ਚ ਜੇ ਗੱਲ ਕਰ ਲਈਏ ਵੀ ਕਿਸੇ ਜ਼ਿਲ੍ਹੇ ਵਿੱਚ ਲੱਗਣਾ ਹੋਵੇ, ਡਿਮਾਂਡ ਹੁੰਦੀ ਹੈ ਵੀ ਇੰਨੇ ਕਰੋੜ ਰੁਪਏ ਦਿਓਗੇ ਤਾਂ SSP SHO ਲੱਗੂਗਾ, ਉਸ ਤੋਂ ਬਾਅਦ ਹਿੱਸਾ ਵੀ ਹੁੰਦਾ? ਹਾਂ, ਕਈ ਵਾਰੀ ਹੁੰਦਾ ਹੈਗਾ, ਇਹ ਨਹੀਂ ਕਹਿੰਦਾ ਮੈਂ ਹਰ ਵਾਰੀ ਹੁੰਦਾ ਹੈਗਾ। ਕਈ ਵਾਰੀ ਇਸ ਤਰ੍ਹਾਂ ਹੋਇਆ ਹੈਗਾ, ਜੇ ਤੁਸੀਂ ਜਾਣਾ ਹੈਗਾ ਤੇ 2 ਨੋਰਮਸ ਹੈਗੀਆਂ ਨੇ, ਜਾਂ ਤੇ ਅੱਖ ਮੀਟ ਕੇ ਕਹਿ ਦਿਓ ਕਿ ਜਿਹੜਾ ਤੁਸੀਂ ਕੰਮ ਕਹੋਗੇ ਮੰਤਰੀ ਜੀ ਜਾਂ ਪੋਲੀਟੀਸ਼ੀਅਨ ਜੀ ਉਹ ਹੋਏਗਾ, ਜਾਂ ਕੁਝ ਕੇਸਾਂ 'ਚ ਹੁੰਦਾ ਹੈ ਕਿ ਜੇ ਉੱਤੇ ਚਾਹੀਦਾ ਹੈਗਾ, ਅੱਛਾ ਉੱਤੇ ਚਾਹੀਦਾ ਹੈਗਾ, ਇੰਨਾ ਪੈਸਾ ਲੱਗੇਗਾ। ਝਗੜਾ ਵੀ ਹੋ ਗਿਆ ਸੀ, ਮੈਨੂੰ ਯਾਦ ਹੈ ਪਿਛਲੀ ਵਾਰ ਤੁਸੀਂ ਕਿਹਾ ਸੀ ਲੁਧਿਆਣਾ 'ਚ ਤੁਸੀਂ ਪੋਲੀਟੀਸ਼ੀਅਨ ਨਾਲ ਲੜ ਵੀ ਪਏ ਸੀ। ਇਨਫੈਕਟ ਝਗੜੇ ਤਾਂ ਮੇਰੇ ਪੋਲੀਟੀਸ਼ੀਅਨ ਨਾਲ ਬਥੇਰੇ ਹੋਏ ਹੈਗੇ ਨੇ, 3 ਪੋਲੀਟੀਸ਼ੀਅਨ ਕੁੱਟੇ ਵੀ ਗਏ ਮੇਰੇ ਕੋਲੋਂ, ਸਿਟਿੰਗ ਮੰਤਰੀ ਜਿਹੜੇ ਸਨ ਕੁੱਟੇ ਵੀ ਗਏ, ਝਗੜੇ ਤੇ ਬੜੇ ਹੋਏ। ਇੱਕ ਮੰਤਰੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਆਪ ਸਮਝਦੇ ਕੀ ਹੈਗੇ ਹੋ, ਮੈਂ ਤਾਂ ਆਪਣੇ ਜੁੱਤੇ ਦੇ ਥੱਲੇ ਤੁਹਾਨੂੰ ਦਬਾ ਦਿਆਂਗਾ। ਮੈਂ ਕਿਹਾ ਆ ਜਾ, ਮੈਂ ਵੀ ਕੱਢ ਲੈਣਾ, ਤੂੰ ਵੀ ਕੱਢ ਲੈ, ਤਾਂ ਵੇਖ ਲੈਣੇ ਕੌਣ ਦਬਾਉਂਦਾ ਹੈਗਾ। ਫਿਰ ਇਹ ਗੱਲ ਕਹੀ ਜਾ ਸਕਦੀ ਹੈ ਜੇ ਕਰਪਸ਼ਨ ਹੁੰਦੀ ਵੀ ਹੈ, ਜੇ ਬਿਹੇਵੀਅਰ ਠੀਕ ਨਹੀਂਗਾ, ਕਿ ਵਾਕਈ ਮੰਤਰੀਆਂ ਦੇ ਨਾਮ ਵੀ ਅੱਗੇ ਆਉਣਗੇ, ਵੀ ਉਹਨਾਂ ਨੂੰ ਸਿੱਧਾ ਬਲੇਮ ਕੀਤਾ ਜਾ ਸਕਦਾ? ਦੇਖੋ ਸਰ, ਮੈਂ ਤਾਂ ਪਹਿਲੇ ਕਹਿ ਚੁੱਕਿਆ ਹੈਗਾ, 100% ਨਹੀਂ ਕਹਿੰਦਾ ਹੈਗਾ, ਪਰ ਕਾਫੀ ਹੱਦ ਤੱਕ ਟ੍ਰਾਂਸਫਰ ਪੋਸਟਿੰਗ ਜਿਹੜੇ ਹੁੰਦੇ ਨੇ, ਕੁਰਸੀਆਂ ਮਿਲਦੀਆਂ ਹੈਗੀਆਂ ਜਾਂ ਤੇ ਇਸ ਗੱਲ ਤੇ ਕਿ ਤੁਹਾਡੇ ਜਿਹੜੇ ਕੰਮ ਹੋਣਗੇ ਅੱਖ ਮੀਟ ਕੇ ਹੋਣਗੇ। ਜੇ ਕਿਸੇ ਨੂੰ ਫਾਹੇ ਲਾਣਾ ਹੈ ਫਾਹੇ ਵੀ ਲਾ ਦਿਆਂਗੇ, ਕਿਸੇ ਦੇ ਜ਼ਮੀਨ ਤੇ ਕਬਜ਼ਾ ਕਰਾਉਣਾ ਹੈ ਉਹ ਵੀ ਕਰਾ ਦਿਆਂਗੇ, ਕਿਸੇ ਦਾ ਕੁਝ ਹੋਰ ਨੁਕਸਾਨ ਕਰਨਾ ਹੈ ਉਹ ਵੀ ਕਰ ਦਿਆਂਗੇ, ਜਾਂ ਤੁਹਾਨੂੰ ਇਹਨੇ ਪੈਸੇ ਦੇ ਦਿਆਂਗੇ। ਪਹਿਲਾ ਮੰਤਰੀ ਜਿਹੜਾ ਮੈਂ ਖੜਕਾਇਆ ਸੀ ASP ਦੇ ਤੌਰ ਤੇ ਕਰਾਇਆ ਸੀ, ਔਰ ਬਲਕਿ ਜਦੋਂ ਮੈਂ ਟ੍ਰੇਨਿੰਗ ਦੇ ਵਿੱਚ ਸੀ ਉਹਦੇ ਵਿੱਚ ਇੱਕ MLA ਸਾਹਿਬਾਨ ਸਨ, ਉਹਨਾਂ ਨੂੰ ਮੈਂ ਹਵਾਲਾ 'ਚ ਤੱਕ ਪਾ ਦਿੱਤਾ ਸੀ, ਉਹਦਾ ਵੀ ਰੌਲਾ ਕਾਫੀ ਪਿਆ ਸੀ। ਤੇ ਇੱਕ ਬੰਦੇ ਦੀ ਇਮੇਜ ਬਣ ਜਾਂਦੀ ਹੈ ਕਿ ਇਹ ਬੰਦਾ ਕਮਲਾ ਹੈਗਾ ਹੈ। ਸਾਡੇ ਜਿਹੜੇ ਹੈਗੇ ਨੇ ਕਈ ਉੱਗੇ ਮੰਤਰੀ ਪੋਲੀਟੀਸ਼ੀਅਨ ਅਫਸਰ ਸਾਹਿਬਾਨ ਜਿਹੜੇ ਹੈਗੇ ਨੇ ਵਿਦੇਸ਼ਾਂ ਜਾਂਦੇ, ਉਹਨਾਂ ਦਾ ਰਹਿਣ ਪਹਿਣ ਦਾ ਸਾਰਾ ਖਰਚਾ ਸ਼ਾਪਿੰਗ ਦਾ ਉੱਥੇ ਦੇ NRI ਕਰਾਉਂਦੇ ਹੈਗੇ ਨੇ। ਇਹ ਕੀ ਹੈਗਾ? ਇਹ ਰਿਸ਼ਵਤ ਨਹੀਂ ਹੈਗੀ। ਮੈਂ ਜਾ ਰਿਹਾ ਹੈਗਾ ਵਿਦੇਸ਼, ਅਮਰੀਕਾ ਜਾ ਰਿਹਾ ਘੁੰਮਣ,
ਮੇਰਾ ਰਹਿਣ ਦਾ 5 ਸਟਾਰ ਦੇ ਵਿੱਚ ਹੋਟਲ ਦਾ, ਟਰਾਂਸਪੋਰਟ ਦਾ, ਮੇਰੀ ਸ਼ਾਪਿੰਗ ਦਾ, ਮੇਰੇ ਪਰਿਵਾਰ ਦਾ ਘੁੰਮਣ ਘੁਮਾਣਾ ਕਿੰਨਾ ਖਰਚ ਹੁੰਦਾ ਹੈਗਾ। ਲੱਖ ਡਾਲਰ ਤਾਂ ਖਰਚ ਹੋ ਹੀ ਜਾਂਦਾ ਨਾ 100,000, ਜਿਹਦਾ ਮਤਲਬ ਰਿਸ਼ਵਤ ਨਹੀਂ ਹੈਗੀ। ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਇਹ ਟੈਗਲਾਈਨ ਤੁਹਾਨੂੰ ਪੰਜਾਬ ਪੁਲਿਸ ਦੀ ਹਰ ਇੱਕ ਜੀਪ, ਹਰ ਇੱਕ ਗੱਡੀ ਉੱਪਰ ਦਿਖਾਈ ਦੇਗੀ, ਕੰਧਾਂ ਉੱਪਰ ਵੀ ਇਹ ਲਾਈਨ ਦਿਖਾਈ ਦੇਗੀ। ਹੁਣ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਬਾਰੇ। ਪਿਛਲੇ ਦਿਨੀ ਕੁਝ ਸਰਵੇ ਹੋਇਆ, ਸਮਾਰਟ ਪੁਲਿਸਿੰਗ ਸਰਵੇ ਹੋਇਆ, ਜਿਸ ਵਿੱਚ 29 ਸੂਬੇ ਸ਼ਾਮਲ ਨੇ। 29 ਸੂਬਿਆਂ ਵਿੱਚੋਂ ਪੰਜਾਬ ਦਾ 25 ਨੰਬਰ ਤੇ ਸਥਾਨ ਆਉਂਦਾ ਹੈ। ਆਲ ਓਵਰ ਗੱਲ ਕਰਾਂਗੇ, ਜਿਸ ਵਿੱਚ 9-10 ਨੁਕਤੇ ਹੈਗੇ ਨੇ। ਉਹਨਾਂ ਵਿੱਚੋਂ ਨੁਕਤਿਆਂ ਰਾਹੀਂ ਪਤਾ ਲਗਾਇਆ ਗਿਆ ਪੰਜਾਬ ਪੁਲਿਸ ਕਿਹੜੇ-ਕਿਹੜੇ ਕੰਮ ਕਰ ਰਹੀ ਹੈ ਔਰ ਕਿਹੜੇ-ਕਿਹੜੇ ਕੰਮ ਉਹ ਬਿਹਤਰ ਕਰ ਰਹੀ ਹੈ। ਹੁਣ ਗੱਲ ਕਰਾਂਗੇ, ਇਹ ਸਰਵੇ ਜੇ ਕਰਵਾਇਆ ਗਿਆ, ਇਸ ਵਿੱਚ ਨੰਬਰ 1 ਤੇ ਕੌਣ ਹੈ ਔਰ ਅਖੀਰਲੇ ਨੰਬਰ ਤੇ 29ਵੇਂ ਨੰਬਰ ਤੇ ਕਿਹੜਾ ਸੂਬਾ ਹੈ, ਇਸ ਉੱਪਰ ਵੀ ਚਰਚਾ ਕਰਾਂਗੇ। ਪਰ ਜੇ ਪੰਜਾਬ ਪੁਲਿਸ 25 ਨੰਬਰ ਤੇ ਆਉਂਦੀ ਹੈ, ਪੰਜਾਬ ਪੁਲਿਸ ਕੋਲ ਹਰ ਇੱਕ ਚੀਜ਼ ਮੌਜੂਦ ਹੈ, ਗੱਡੀਆਂ ਦੀ ਗੱਲ ਕਰ ਲਈਏ, ਪੁਲਿਸ ਸਟੇਸ਼ਨ ਦੀ ਗੱਲ ਕਰ ਲਈਏ, ਮੁਲਾਜ਼ਮਾਂ ਦੀ ਗੱਲ ਕਰ ਲਈਏ, ਫਿਰ ਗ੍ਰਾਫ ਕਿਉਂ ਡਾਊਨ ਗਿਆ ਪੰਜਾਬ ਪੁਲਿਸ ਦਾ? ਜੋ ਸਰਵੇ ਕਰਾਇਆ ਗਿਆ ਉਸ ਵਿੱਚ ਬਿਹੇਵੀਅਰ ਨੂੰ ਲੈ ਕੇ ਹੈ, ਪੰਜਾਬ ਪੁਲਿਸ ਤੁਹਾਡੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੀ ਹੈ, ਉਸ ਵਿੱਚ ਕੇਸ ਦੇ ਪ੍ਰਤੀ ਹੈ ਵੀ ਕਿਵੇਂ ਐਫਆਈਆਰ ਦਰਜ ਕੀਤੀ ਜਾਂਦੀ ਹੈ, ਪੰਜਾਬ ਪੁਲਿਸ ਨੇ ਤੁਹਾਡੇ ਵਾਸਤੇ ਕਿਹੜੀ ਕਿਹੜੀ ਮਦਦ ਕੀਤੀ ਹੈ ਕਾਨੂੰਨ ਦੇ ਤਹਿਤ। ਉਸ ਦੇ ਮੱਦੇ ਨਜ਼ਰ 9 ਨੁਕਤੇ ਦਿੱਤੇ ਗਏ ਨੇ। ਤਾਂ ਕਿਉਂ ਪੋਜੀਸ਼ਨ ਥੱਲੇ ਆ ਗਈ ਹੈ ਪੰਜਾਬ ਪੁਲਿਸ ਦੀ, ਕਿਉਂ 25ਵੇਂ ਸਥਾਨ ਤੇ ਚਲੀ ਗਈ ਹੈ? ਸਿਰਫ 4 ਸੂਬੇ ਹੋਰ ਇਹਦੇ ਥੱਲੇ ਆਉਂਦੇ ਨੇ, ਤੁਹਾਨੂੰ ਉਹਦਾ ਵੀ ਜ਼ਿਕਰ ਕਰਾਂਗੇ। ਉਹ ਸ਼ੁਰੂਆਤ ਕਰਾਂਗੇ ਇਹ ਹੋ ਕਿਉਂ ਰਿਹਾ। ਹਥਿਆਰ ਵੀ ਅਧਿਆਨਕ ਹੈਗੇ ਨੇ ਪੰਜਾਬ ਪੁਲਿਸ ਕੋਲ, ਸਭ ਕੁਝ ਮੌਜੂਦ ਹੈ, ਹਰ ਇੱਕ ਚੀਜ਼ ਮੌਜੂਦ ਹੈ ਪੰਜਾਬ ਪੁਲਿਸ ਕੋਲ। ਫਿਰ ਕਿਉਂ ਸੂਬੇ ਚੋਂ 1 ਨੰਬਰ ਤੇ ਕਿਉਂ ਨਹੀਂ ਆ ਪਾਈ? ਕਿੱਥੇ ਕਮੀ ਰਹਿ ਗਈ ਹੈ? ਸਾਡੇ ਨਾਲ ਮੌਜੂਦ ਨੇ ਐਕਸ ਡੀਜੀਪੀ ਸ਼ਸ਼ੀ ਕਾਂਤ ਜੀ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਸ਼ੁਰੂਆਤ ਕਰਾਂਗੇ ਕਿਉਂ ਜੇ ਪੰਜਾਬ ਪੁਲਿਸ ਦੀ ਗੱਡੀ ਦੇ ਪਿੱਛੇ ਲਿਖਿਆ ਹੁੰਦਾ ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਜੇ ਸੇਵਾ ਵਿੱਚ ਹਾਜ਼ਰ ਹੈ ਫਿਰ ਕਿਤੇ ਗੈਰ ਹਾਜ਼ਰ ਤਾਂ ਨਹੀਂ ਹੋਗੀ ਲੋਕਾਂ ਕੋਲੋਂ। ਸਾਡੇ ਨਾਲ ਮੌਜੂਦ ਨੇ ਸ਼ਸ਼ੀ ਕਾਂਤ ਜੀ, ਆਪਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਜੀ ਹੁਣ ਟੈਗਲਾਈਨ ਪੜ੍ਹੀ ਹੈ, ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਕਦੇ ਕਮੀ ਰਹਿ ਗਈ ਹੈ? ਕਮੀ ਕੀ ਹੈਗੀ ਹੈ ਕੀ ਨਹੀਂ ਹੈਗੀ ਹੈ, ਇਸ ਥੱਲੇ ਜਿਹੜਾ ਹੈਗਾ ਤੁਸੀਂ ਕਹਿੰਦੇ ਹੋ 25th ਪੋਜੀਸ਼ਨ ਆਈ ਹੈਗੀ ਹੈ ਜਿਹੜੀ, ਇਹਦਾ ਜਵਾਬ ਤਾਂ ਮੇਰਾ ਖਿਆਲ ਹੈਗਾ ਜਿਹੜੇ ਸਾਡੇ ਸਾਬਕਾ ਅਤੇ ਮੌਜੂਦਾ ਮੁੱਖ ਮੰਤਰੀ ਹੈਗੇ ਨੇ ਉਹੀ ਦੇ ਸਕਦੇ ਹੈਗੇ ਨੇ ਕਿ ਕਿੱਥੇ ਘਾਟ ਰਹਿ ਗਈ ਹੈਗੀ ਹੈ, ਉਹਨਾਂ ਦੇ ਵੱਲੋਂ ਕੀ ਕੋਤਾਹੀ ਹੋਈ, ਕੀ ਕੋਤਾਹੀ ਨਹੀਂ ਹੋਈ। ਇਸ ਸਵਾਲ ਦਾ ਜਵਾਬ ਸ਼ਾਇਦ ਹੈਗਾ ਮੇਰੇ ਲਈ ਮੁਸ਼ਕਿਲ ਹੈਗਾ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਰਵੇ ਹੋਇਆ ਕਿਉਂ। ਇੱਕ ਸੰਸਥਾ ਬਣੀ ਸੀ 2015 ਦੇ ਵਿੱਚ, ਜਿਹਦਾ ਉਦਘਾਟਨ ਕੀਤਾ ਸੀ ਰਾਜਨਾਥ ਜੀ ਨੇ, ਜਿਹੜੇ ਕਿ ਉਸ ਸਮਾਂ ਸਾਡੇ ਮੁਲਕ ਦੇ ਹੋਮ ਮੰਤਰੀ ਸਨ, ਹੋਮ ਮਿਨਿਸਟਰ ਸਨ। ਤੇ ਇਹ ਹੋਇਆ ਸੀ, ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਮਾਰਟ ਪੁਲਿਸਿੰਗ ਹੋਣੀ ਚਾਹੀਦੀ ਹੈਗੀ ਹੈ, ਉਹਨਾਂ ਨੇ ਕਿਹਾ ਸਮਾਰਟ ਜ਼ਿਲ੍ਹੇ ਹੋਣੇ ਚਾਹੀਦੇ ਹੈਗੇ ਨੇ, ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਨੋਰਮਸ ਬਣਾਈਆਂ ਸਨ ਪ੍ਰਧਾਨ ਮੰਤਰੀ ਨੇ। ਤੇ ਉਹਦੇ ਅੰਤਰਗਤ ਜਿਹੜੀ ਸਮਾਰਟ ਪੁਲਿਸਿੰਗ ਹੈਗੀ ਹੈ ਉਹਦੇ 'ਚ ਇਹ ਜਿਹੜਾ IPF ਹੈਗਾ ਹੈ ਇਹਨੇ ਸਰਵੇ ਕੀਤਾ। ਅਬ ਗੱਲ ਇਹ ਆਉਂਦੀ ਹੈਗੀ ਹੈ ਕਿ ਇਹਦੀ ਕ੍ਰੈਡੀਬਿਲਿਟੀ ਦੀ, IPF ਦੀ ਕ੍ਰੈਡੀਬਿਲਿਟੀ ਦੀ ਗੱਲ ਕਰਾਂ ਤਾਂ ਇਹਦੇ 'ਚ ਜਿਹੜੇ ਮੈਂਬਰਸ ਹੈਗੇ ਨੇ ਸਾਰੇ ਉੱਘੇ ਪੁਲਿਸ ਆਫੀਸਰਸ ਹੈਗੇ ਨੇ। ਜਿਵੇਂ ਪੰਜਾਬ ਦੀ ਗੱਲ ਕਰਦਾ ਹੈਗਾ, ਟੌਪ ਮੋਸਟ ਆਉਂਦੇ ਹੈਗੇ ਨੇ ਪ੍ਰਕਾਸ਼ ਸਿੰਘ ਸਾਹਿਬ, ਜਿਹੜੇ UP ਦੇ DGP ਰਹਿ ਚੁੱਕੇ ਸਨ ਤੇ BSF ਦੇ DGP ਵੀ ਰਹਿ ਚੁੱਕੇ ਸਨ, ਜਿਨ੍ਹਾਂ ਨੇ ਸੁਪਰੀਮ ਕੋਰਟ ਤੋਂ ਫੈਸਲਾ ਕਰਾਇਆ ਸੀ ਕਿ ਪੁਲਿਸ ਜਿਹੜੀ ਹੈਗੀ ਇਹਦਾ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਹੋਣਾ ਚਾਹੀਦਾ, ਪੋਲੀਟੀਕਲ ਇੰਟਰਫੇਰੈਂਸ ਕਿਵੇਂ ਹੁੰਦਾ ਹੈਗਾ, ਸਟੇਬਿਲਿਟੀ ਆਫ ਟੈਨਿਓਰ, ਕਿਉਂਕਿ ਸਟੇਬਿਲਿਟੀ ਆਫ ਟੈਨਿਓਰ ਜਿਹੜੀ ਹੈਗੀ ਹੈ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਹਾਲਾਂਕਿ ਸਟੇਟ ਉਹਦੇ ਵਿੱਚੋਂ ਸੱਜੇ ਖੱਬੇ ਕਰਕੇ ਕੁਛ ਨਾ ਕੁਛ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਉਹਨੂੰ ਬਚਾ ਜਾਂਦੀ ਹੈਗੀ ਹੈ, ਪਰ ਐਨੀ ਹਾਓ ਉਹਨਾਂ ਦਾ ਸਥਾਨ ਹੈਗਾ। ਦੂਜੀ ਗੱਲ ਕਰਾਂ, ਇਹਦੇ 'ਚ ਹੈਗੇ ਨੇ ਜੂਲੀਅਸ ਰਿਬੇਰੋ ਸਾਹਿਬ, ਉਹ ਵੀ ਪੰਜਾਬ ਦੇ DGP ਰਹਿ ਚੁੱਕੇ ਹੈਗੇ ਨੇ ਉਸ ਸਮਾਂ ਦੇ ਵਿੱਚ ਜਦੋਂ ਕਿ ਪੰਜਾਬ ਦੇ ਵਿੱਚ ਕਾਫੀ ਸਮੱਸਿਆਵਾਂ ਸਨ। ਇਹਦੇ ਇਲਾਵਾ ਬਾਰਡਰ ਸਿਕਿਉਰਿਟੀ ਫੋਰਸ ਐਂਡ ਜਿਹੜੇ ਕਮਾਂਡੋਜ਼ ਹੈਗੇ ਨੇ ਸਾਰਿਆਂ ਦੇ ਜਿਹੜੇ ਹੈਗੇ ਨੇ, ਸਿਰਫ ਪੁਲਿਸ ਅਫਸਰ ਹੀ ਨਹੀਂ ਹੈਗੇ ਨੇ ਇਹਦੇ 'ਚ ਹੈਗੇ ਨੇ ਜੋ ਸਟੈਟਿਸਟੀਸ਼ੀਅਨਸ ਹੈਗੇ ਨੇ, ਕੋਈ IIT ਤੋਂ ਹੈਗਾ ਹੈ, ਕੋਈ ਕਿਤੋਂ ਹੈਗਾ, ਹਰ ਫੀਲਡ ਦੇ ਜਿਹੜੇ ਜਾਣੇ ਮਾਨੇ ਮਾਹਿਰ ਹੈਗੇ ਨੇ ਐਕਸਪਰਟਸ, ਉਹ ਇਹਦੇ ਮੈਂਬਰ ਹੈਗੇ। ਇਹ ਫੈਸਲਾ, ਇਹ ਜਿਹੜਾ ਸਰਵੇ ਹੋਇਆ, ਇਹ ਸਮਾਰਟ ਪੁਲਿਸਿੰਗ ਦੀ ਜਿਹੜੀ ਨੋਰਮ ਹੈਗੀ ਹੈ ਉਹਦੇ 'ਚ ਉਹਨਾਂ ਨੇ
9 ਨੁਕਤੇ ਲਿੱਤੇ, ਜਿਸ ਤਰ੍ਹਾਂ ਤੁਸੀਂ ਕਿਹਾ 9 ਨੁਕਤੇ। ਉਹ ਨੁਕਤੇ ਜਿਹੜੇ ਹੈਗੇ ਮੈਂ ਤੁਹਾਨੂੰ ਤੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਹੈਗਾ। ਪਹਿਲੀ ਹੈਗੀ ਹੈ ਕਿ ਪੁਲਿਸ ਕਿੰਨੀ ਸੈਂਸਿਟਿਵ ਹੈਗੀ ਹੈ। ਆਮ ਤੌਰ ਤੇ ਹੁੰਦਾ ਹੈ ਕਿ ਪੁਲਿਸ ਇਨਸੈਂਸਿਟਿਵ ਹੈਗੀ ਹੈ, ਲੋਕਾਂ ਦੀ ਗੱਲ ਨਹੀਂ ਸੁਣਦੀ ਹੈਗੀ ਹੈ, ਉਹਦਾ ਆਪਣਾ ਬਦਤਮੀਜ਼ੀ ਕਈ ਵਾਰੀ ਕਰ ਜਾਂਦੀ ਹੈ। ਸੌਰੀ ਮੈਂ ਗਲਤ ਸ਼ਬਦ ਇਸਤੇਮਾਲ ਕਰ ਰਿਹਾ, ਪਰ ਬਦਤਮੀਜ਼ੀ ਆਮ ਤੌਰ ਤੇ ਲੋਕ ਕਰਦੇ ਸੈਂਸਿਟਿਵ ਨਹੀਂ ਹੈਗੀ ਹੈ। ਦੂਜੀ ਇੰਡੈਕਸ ਹੈਗੀ ਹੈ ਕਿ ਉਹਨਾਂ ਦਾ ਗੁੱਡ ਬਿਹੇਵੀਅਰ ਕਿੰਨਾ ਹੈਗਾ ਲੋਕਾਂ ਦੇ ਨਾਲ। ਤੀਜੀ ਇੰਡੈਕਸ ਆਉਂਦੀ ਹੈਗੀ ਐਕਸੈਸਿਬਿਲਿਟੀ। ਤੁਸੀਂ ਪੁਲਿਸ ਅਫਸਰ ਹੈਗੇ ਹੋ, ਤੁਹਾਨੂੰ ਮਿਲਣ 'ਚ ਮੈਨੂੰ ਕਿੰਨੀ ਆਸਾਨੀ ਹੈਗੀ ਹੈ, ਕਿੰਨੀ ਔਕੜਾਂ ਆਉਂਦੀਆਂ ਹੈਗੀਆਂ ਨੇ, ਉਹ ਹੋ ਜਾਂਦਾ ਹੈਗਾ ਐਕਸੈਸਿਬਿਲਿਟੀ, ਪਹੁੰਚ ਕਿੰਨੀ ਕੁ ਆਸਾਨੀ ਨਾਲ ਹੋ ਸਕਦੀ ਹੈਗੀ ਹੈ। ਅਗਲਾ ਹੈਗਾ ਪੁਲਿਸ ਰਿਸਪੌਂਸਿਵਨੈਸ। ਤੁਸੀਂ ਫੋਨ ਕਰਦੇ ਹੈਗੇ ਹੋ ਜਾਂ ਅਦਾਲਤ ਕੋਰਟਾਂ 'ਚ ਪੁਲਿਸ ਸਟੇਸ਼ਨ ਜਾਂਦੇ ਹੈਗੇ ਹੋ, ਕੋਈ ਆਪਣਾ ਪ੍ਰੋਬਲਮ ਹੈਗੀ ਹੈ, ਉਹਦੇ 'ਚ ਕਿੰਨੀ ਦੇਰ ਦੇ ਵਿੱਚ ਉਹ ਰਿਸਪੌਂਡ ਕਰਦੀਆਂ ਹੈਗੀਆਂ ਨੇ, ਉਹ ਹੋ ਗਈ ਰਿਸਪੌਂਸਿਵਨੈਸ। ਉਹਦੇ ਬਾਅਦ ਨੈਕਸਟ ਆ ਜਾਂਦਾ ਹੈ ਹੈਲਪਫੁਲ ਅਤੇ ਫਰੈਂਡਲੀ ਪੁਲਿਸਿੰਗ। ਫਰੈਂਡਲੀ ਪੁਲਿਸਿੰਗ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਬੌਬੀ ਕਹਿੰਦੇ ਹੈਗੇ ਨੇ, ਬਹੁਤ ਹੈਲਪਫੁਲ ਹੈਗੇ ਨੇ, ਉਹਨਾਂ ਦੀ ਪੁਲਿਸ ਜਿਹੜੀ ਹੈਗੀ ਹੈ ਬੀਟ ਕੌਂਸਟੇਬਲਸ ਉਹਨਾਂ ਨੂੰ ਬੌਬੀ ਕਹਿੰਦੇ ਹੈਗੇ ਨੇ। ਤੇ ਪੁਲਿਸ ਇੱਥੇ ਕਿੰਨੀ ਹੈਲਪਫੁਲ ਹੈਗੀ ਹੈ, ਇਹ ਜਿਹੜੀ ਹੈਗੀ ਹੈ ਨੈਕਸਟ ਇੰਡੈਕਸ ਹੈਗੀ ਹੈ। ਉਹਦੇ ਬਾਅਦ ਨੈਕਸਟ ਇੰਡੈਕਸ ਹੈਗੀ ਕਿ ਕਿੰਨਾ ਕਿ ਟੈਕਨੋਲੋਜੀ ਇਸਤੇਮਾਲ ਕਰਦੀ ਹੈਗੀ ਹੈ। ਆਮ ਤੌਰ 'ਤੇ ਪੁਲਿਸ ਥਾਣਿਆਂ 'ਚ ਤਾਂ ਇਹ ਹੁੰਦਾ ਡੰਡੇ ਮਾਰੋ ਤੇ 3rd ਡਿਗਰੀ ਦਿਓ ਤੇ ਆਪਣਾ ਜਿਹੜਾ ਕਬੁਲਵਾਨਾ ਹੈਗਾ ਕਬੁਲਵਾ ਲਿਓ, ਚਾਹੇ ਬਿੱਲੀ ਚਲੀ ਜਾਏ, ਬਿੱਲੀ ਨੂੰ ਕਹੋ ਕਿ ਕੁੱਟ ਕੇ ਕਿ ਸ਼ੇਰ ਹੈਗਾ ਤਾਂ ਕਹੇਗੀ ਮੈਂ ਸ਼ੇਰ ਹੈਗੀ। ਕਿਉਂ ਹੋ ਗਈ ਟੈਕਨੋਲੋਜੀ। ਉਹਦੇ ਬਾਅਦ ਆ ਜਾਂਦੀ ਹੈਗੀ ਹੈ ਇੰਟੈਗ੍ਰਿਟੀ ਤੇ ਕਰਪਸ਼ਨ ਫ੍ਰੀ ਸਰਵਿਸਿਜ਼। ਕਿੰਨੀ ਇਮਾਨਦਾਰ ਹੈਗੀ ਹੈ, ਕਿੰਨੀ ਕਰਪਟ ਹੈਗੀ ਹੈ, ਇਹ ਜਿਹੜੀ ਹੈਗੀ ਹੈ ਨੈਕਸਟ ਸਟਰੋਂਗ। ਇਹਦੇ ਬਾਅਦ ਆਉਂਦੀ ਹੈਗੀ ਕਿ ਫੇਅਰ ਲਾਅਫੁਲ, ਕਾਨੂੰਨ ਦੇ ਹਿਸਾਬ ਦੇ ਨਾਲ ਕੀ ਪੁਲਿਸਿੰਗ ਕਰ ਸਕਦੇ ਹੈਗੇ, ਉਹ ਆ ਜਾਂਦੀ ਹੈਗੀ ਨੈਕਸਟ ਸਟਰੋਂਗ। ਔਰ ਲਾਸਟ ਨੋਰਮ ਜਿਹੜੀ ਹੈਗੀ ਹੈ ਪੁਲਿਸ ਅਕਾਊਂਟੇਬਿਲਿਟੀ। ਕੋਈ ਪੁਲਿਸ ਅਫਸਰ ਹੈਗਾ, ਉਹਨੇ ਕੋਈ ਗਲਤ ਕੰਮ ਕੀਤਾ, ਉਹਦੇ ਖਿਲਾਫ ਕਿੰਨਾ ਐਕਸ਼ਨ ਹੋ ਸਕਦਾ ਹੈਗਾ, ਕਿੰਨਾ ਐਕਸ਼ਨ ਨਹੀਂ ਹੋ ਸਕਦਾ। ਇਹ 9 ਨੋਰਮਸ ਦੇ ਉੱਤੇ ਇਹ ਸਰਵੇ ਹੋਇਆ ਹੈਗਾ 2021 ਇਸੇ ਵਰੇ ਦਾ ਸਰਵੇ ਹੈਗਾ। ਸਰ ਹੁਣ ਗੱਲ ਕਰਦੇ ਹਾਂ ਆਪਾਂ, ਜਿਵੇਂ ਟੈਗਲਾਈਨ ਦੀ ਸ਼ੁਰੂਆਤ ਕੀਤੀ ਆਪਾਂ ਦੇਖਦੇ ਹਾਂ ਵੀ ਲੋਕ ਪੁਲਿਸ ਵਾਲੇ ਕੋਲ ਜਾਂਦੇ ਨੇ, ਗੱਲ ਸੁਣਨੀ ਪਹਿਲਾ ਫਰਜ਼ ਇਹੀ ਹੁੰਦਾ ਵੀ ਗੱਲ ਸੁਣੀ ਜਾਵੇ। ਜੇ ਕੋਈ ਤੁਹਾਡੇ ਕੋਲ ਦੁਖੀ ਵਿਅਕਤੀ ਜਾਂਦਾ, ਕਿਉਂਕਿ ਪੁਲਿਸ ਸਟੇਸ਼ਨ ਤਾਂ ਹੀ ਵਿਅਕਤੀ ਜਾਂਦਾ ਜੇ ਕੋਈ ਦੁਖੀ ਹੁੰਦਾ। 25ਵਾਂ ਸਥਾਨ ਆਇਆ, ਤੁਸੀਂ ਜੋ ਚੀਜ਼ਾਂ ਇਹ ਸਾਰੀਆਂ ਗਿਣਾਈਆਂ ਹੈਗੀਆਂ ਨੇ, ਤੇ ਲੱਗਦਾ ਕਮੀ ਕਿੱਥੇ ਰਹਿ ਗਈ? ਤੁਸੀਂ ਜ਼ਿਕਰ ਕਰਤਾ ਵੀ ਮੁੱਖ ਮੰਤਰੀ ਸਾਹਿਬ ਹੋਣ ਵਾਲੇ ਆ, ਪਿਛਲੇ ਦੱਸ ਸਕਦੇ ਨੇ। ਜੇ ਤੁਹਾਡੇ ਨਜ਼ਰ ਨਾਲ ਦੇਖਣਾ ਹੋਵੇ, ਪੰਜਾਬ ਪੁਲਿਸ 'ਚ ਡੀਜੀਪੀ ਵੀ ਕਈ ਆਏ, ਕਈ ਚਲੇ ਵੀ ਗਏ ਨੇ, ਕਿ ਪੰਜਾਬ ਪੁਲਿਸ ਡੀਜੀਪੀ ਜੋ ਹੁੰਦੇ ਨੇ, ਤੁਸੀਂ ਵੀ ਡੀਜੀਪੀ ਰਹਿ ਚੁੱਕੇ ਹੋ, ਉਹ ਵੀ ਕਿਤੇ ਇਸ ਚੀਜ਼ ਨੂੰ ਸੁਧਾਰ ਸਕਦੇ ਨੇ ਰੈਂਕ ਨੂੰ। ਉਹ ਕੁਛ ਪੰਜਾਬ ਪੁਲਿਸ ਦੇ ਜੋ ਨੌਜਵਾਨ ਨੇ, ਜੋ ਉਸ ਨੂੰ ਵੀ ਕੁਛ ਕਹਿ ਸਕਦੇ ਤੁਸੀਂ ਗਲਤ ਕੰਮ ਕੀਤਾ, ਨਾ ਕਰੋ, ਇਸ ਤਰੀਕੇ ਨਾਲ ਕਰਨਾ ਚਾਹੀਦਾ, ਫਿਰ ਸਮੱਸਿਆ ਉੱਥੇ ਵੀ ਕਿਤੇ ਰਹਿ ਜਾਂਦੀ ਹੈ। ਸਮੱਸਿਆ ਰਹਿ ਜਾਂਦੀ ਹੈ। ਮੈਂ ਆਪਣੇ ਐਕਸਪੀਰੀਅੰਸ ਦੇ ਤੌਰ ਤੇ ਕਹਿਣਾ ਹੈਗਾ, ਇੱਕ ਪੰਜਾਬ ਪੁਲਿਸ ਐਜ਼ ਸੱਚ ਜੇ ਕਿਸੇ ਦੇ ਅੱਜ ਦੀ ਤਰੀਕ ਦੇ ਵਿੱਚ, ਅੱਜ ਦੀ ਹੀ ਕਾਫੀ ਸਮਾਂ ਤੋਂ ਹਾਲਤ ਇਹ ਹੈਗਾ, ਜੇ ਕੋਈ SHO ਸਾਹਿਬ ਬਹਾਦਰ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੇ SSP ਦੇ ਨਾਲ ਨਹੀਂ ਬਣਦੀ ਹੈਗੀ ਹੈ। SSP ਜਿਹੜਾ ਹੈਗਾ ਸਟ੍ਰਿਕਟ ਹੈਗਾ। ਤੇ ਕਈ ਸਾਡੇ ਇਸ ਤਰ੍ਹਾਂ SHO ਸਾਹਿਬਾਨ ਹੈਗੇ ਨੇ ਜਿਹੜਾ ਕਿ SSP ਦਾ ਤਬਾਦਲਾ ਕਰਾ ਦਿੰਦੇ ਹੈਗੇ ਨੇ। ਕਈ ਇਸ ਤਰ੍ਹਾਂ ਦੇ ਬੜੇ ਚੰਗੇ SHO ਸਾਹਿਬਾਨ ਹੈਗੇ ਨੇ ਜਿਹੜੇ DIG ਦਾ ਤਬਾਦਲਾ ਵੀ ਕਰਾ ਦਿੰਦੇ ਹੈਗੇ ਨੇ। ਅਬ ਮੈਨੂੰ ਦੱਸੋ, ਜਿਹਦਾ ਕਿ ਅਫਸਰ ਦਾ ਆਪਣਾ ਹੀ ਪੱਕਾ ਨਹੀਂ ਹੈਗਾ ਹੈ ਤੇ ਕੀ ਕਰੇਗਾ? ਤਾਂ ਉਹ ਆਮ ਤੌਰ ਤੇ ਕਈ ਵਾਰ ਇਹ ਕਹਿੰਦਾ ਹੈ ਕਿ ਜਿਹੜਾ SHO ਸਾਹਿਬ ਬਹਾਦਰ ਨੇ ਕਿਹਾ ਉਹ ਕਰ ਲਿਓ, ਜੇ ਆਪਣੀ ਕੁਰਸੀ ਉਹਨੂੰ ਵੀ ਚਾਹੀਦੀ ਹੈ, ਉਹਨੇ ਵੀ ਆਪਣਾ ਪਰਿਵਾਰ ਚਲਾਉਣਾ ਹੈਗਾ, ਤੇ ਇਹ ਆ ਜਾਂਦੀ ਹੈ। ਤੇ SHO ਇਤਨੇ ਤਕੜੇ ਕਿਉਂ ਹੋ ਗਏ ਹੈਗੇ ਨੇ? ਸਵਾਲ ਇਹ ਆਉਂਦਾ ਹੈਗਾ। ਇਹਦਾ ਜਵਾਬ ਹੈਗਾ ਹੈ ਕਿ ਉਹਨਾਂ ਨੂੰ ਜਿਹੜੀ ਆਪਣੀ ਪੋਜੀਸ਼ਨ ਮਿਲਦੀ ਹੈਗੀ ਹੈ, ਉਹ ਮਿਲਦੀ ਹੈਗੀ ਹੈ ਆਮ ਤੌਰ ਤੇ ਪੋਲੀਟੀਕਲ ਪੈਟਰਨੇਜ ਕਰਕੇ। ਪੋਲੀਟੀਕਲ ਪੈਟਰਨੇਜ ਦੇ ਵੀ 2 ਕਾਰਨ ਹੈਗੇ। ਮੈਨੂੰ ਪੋਜੀਸ਼ਨ ਚਾਹੀਦੀ ਹੈਗੀ ਹੈ, XYZ ਥਾਂ ਤੇ ਮੈਨੂੰ ਚਾਹੀਦੀ ਹੈਗੀ ਪੋਜੀਸ਼ਨ ਦੇ ਦਿਓ, ਜਾਂ ਤਾਂ ਮੈਂ ਇਸ ਤਰ੍ਹਾਂ ਕਰਦਾ ਹੈਗਾ, ਤੁਸੀਂ MLA ਸਾਹਿਬ ਬਹਾਦਰ ਹੈਗੇ ਹੋ, ਮੰਤਰੀ ਸਾਹਿਬ ਬਹਾਦਰ ਹੈਗੇ ਹੋ ਮੇਰੇ, ਤੁਹਾਨੂੰ ਕਿਹਾ ਕਿ ਤੁਹਾਡੇ ਜਿਹੜੇ ਕੰਮ ਹੋਣਗੇ ਅੱਖ ਮੀਟ ਕੇ ਕਰਾਂਗਾ ਮੈਂ। ਜਿਹੜਾ ਥਾਣੇ 'ਚ ਪਰਚਾ ਦਰਜ ਹੋਏਗਾ ਤੁਹਾਨੂੰ ਪੁੱਛ ਕੇ ਹੋਏਗਾ, ਜੇ ਤੁਸੀਂ ਕਰਾਉਣਾ ਚਾਹੁੰਦੇ ਹੈਗੇ ਤਾਂ ਕਰਾਓ, ਨਹੀਂ ਕਰਾਉਣਾ ਚਾਹੁੰਦੇ ਹੋ ਨਾ ਕਰੋ। ਜਾਂ ਫਿਰ ਕਈ ਵਾਰੀ, ਹਰ ਵਾਰੀ ਨਹੀਂ, ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ, ਠੀਕ ਹੈ ਜੀ ਤੁਸੀਂ ਮੈਨੂੰ ਇੰਨਾ ਪੋਜੀਸ਼ਨ ਦੇ ਦਿਓ, ਮੈਂ ਤੁਹਾਨੂੰ ਹਰ ਮਹੀਨੇ ਇੰਨੀ ਉਗਰਾਹੀ ਦਾ ਪੈਸਾ ਦਿੰਦਾ ਰਹਾਂਗਾ। ਤੇ ਸਰ ਪੈਸੇ ਨਾਲ ਲੈਣ ਦੇਣ ਹੁੰਦੀ ਹੈ ਵੀ? ਹੁਣ ਪੰਜਾਬ 'ਚ ਜੇ ਗੱਲ ਕਰ ਲਈਏ ਵੀ ਕਿਸੇ ਜ਼ਿਲ੍ਹੇ ਵਿੱਚ ਲੱਗਣਾ ਹੋਵੇ, ਡਿਮਾਂਡ ਹੁੰਦੀ ਹੈ ਵੀ ਇੰਨੇ ਕਰੋੜ ਰੁਪਏ ਦਿਓਗੇ ਤਾਂ SSP SHO ਲੱਗੂਗਾ, ਉਸ ਤੋਂ ਬਾਅਦ ਹਿੱਸਾ ਵੀ ਹੁੰਦਾ ਹੈ। ਹਾਂ, ਕਈ ਵਾਰੀ ਹੁੰਦਾ ਹੈਗਾ, ਇਹ ਨਹੀਂ ਕਹਿੰਦਾ ਮੈਂ ਹਰ ਵਾਰੀ ਹੁੰਦਾ ਹੈਗਾ। ਕਈ ਵਾਰੀ ਇਸ ਤਰ੍ਹਾਂ ਹੋਇਆ ਹੈਗਾ, ਜੇ ਤੁਸੀਂ ਜਾਣਾ ਹੈਗਾ ਤੇ 2 ਨੋਰਮਸ ਹੈਗੀਆਂ ਨੇ, ਜਾਂ ਤੇ ਅੱਖ ਮੀਟ ਕੇ ਕਹਿ ਦਿਓ ਕਿ ਜਿਹੜਾ ਤੁਸੀਂ ਕੰਮ ਕਹੋਗੇ ਮੰਤਰੀ ਜੀ ਜਾਂ ਪੋਲੀਟੀਸ਼ੀਅਨ ਜੀ ਉਹ ਹੋਏਗਾ, ਜਾਂ ਕੁਝ ਕੇਸਾਂ 'ਚ ਹੁੰਦਾ ਹੈ ਕਿ ਜੇ ਉੱਥੇ ਚਾਹੀਦਾ ਹੈਗਾ, ਅੱਛਾ ਉੱਥੇ ਚਾਹੀਦਾ ਹੈਗਾ, ਇੰਨਾ ਪੈਸਾ ਲੱਗੇਗਾ। ਮੈਨੂੰ ਯਾਦ ਹੈਗਾ ਕਿ ਕੋਈ ਪੋਸਟਿੰਗ ਸੀ ਕਿਸੇ ਥਾਂ ਦੀ, ਤੇ ਉਹਦੇ 'ਚ ਪੋਸਟਿੰਗ ਲੈ ਕੇ ਆ ਗਿਆ ਕਿ
ਇਹ ਪੋਸਟਿੰਗ ਚਾਹੀਦੀ ਹੈਗੀ ਤੇ ਇੰਨਾ ਪੈਸਾ ਦੇਣਾ ਪਏਗਾ। ਮੈਂ ਕਹੀ ਤੁਸੀਂ ਖਸਮਣ ਖਾਓ, ਤੁਹਾਡਾ ਰਾਹ ਉਹ ਹੈਗੀ, ਮੇਰੀ ਰਾਹ ਇਹ ਹੈਗੀ ਹੈ। ਮੈਂ ਗੱਲ ਕਰ ਜਾਣਾ ਇਸੇ ਕਰਕੇ ਜਿਹੜੇ ਹੈਗੇ ਨੇ ਆਮ ਤੌਰ ਤੇ ਪੋਲੀਟੀਸ਼ੀਅਨ ਮੇਰੇ ਜਿਹੜੇ ਹੈਗੇ ਨੇ ਦੁਸ਼ਮਣ ਬਣ ਜਾਂਦੇ ਹੈਗੇ ਨੇ। ਮੈਂ ਤਾਂ ਇਹ ਸ਼ਬਦ ਇਸਤੇਮਾਲ ਕਰਨਾ ਜੀ, ਤੁਹਾਡੀ ਰਾਹ ਉਹ ਹੈਗੀ, ਮੇਰੀ ਰਾਹ ਇਹ ਹੈਗੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਝਗੜਾ ਵੀ ਹੋ ਗਿਆ ਸੀ, ਮੈਨੂੰ ਯਾਦ ਹੈ ਪਿਛਲੀ ਵਾਰ ਤੁਸੀਂ ਕਿਹਾ ਸੀ ਲੁਧਿਆਣਾ 'ਚ ਤੁਸੀਂ ਪੋਲੀਟੀਸ਼ੀਅਨ ਨਾਲ ਲੜ ਵੀ ਪਏ ਸੀ। ਇਨਫੈਕਟ ਝਗੜੇ ਤਾਂ ਮੇਰੇ ਪੋਲੀਟੀਸ਼ੀਅਨ ਨਾਲ ਬਥੇਰੇ ਹੋਏ ਹੈਗੇ ਨੇ। 3 ਪੋਲੀਟੀਸ਼ੀਅਨ ਕੁੱਟੇ ਵੀ ਗਏ ਮੇਰੇ ਕੋਲੋਂ, ਸਿਟਿੰਗ ਮੰਤਰੀ ਜਿਹੜੇ ਸਨ ਕੁੱਟੇ ਵੀ ਗਏ। ਝਗੜੇ ਤੇ ਬੜੇ ਹੋਏ। ਇੱਕ ਮੰਤਰੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਆਪਣੇ ਆਪ ਨੂੰ ਸਮਝਦੇ ਕੀ ਹੈਗੇ ਹੋ, ਮੈਂ ਤਾਂ ਆਪਣੇ ਜੁੱਤੇ ਦੇ ਥੱਲੇ ਤੁਹਾਨੂੰ ਦਬਾ ਦਿਆਂਗਾ। ਮੈਂ ਕਿਹਾ ਆ ਜਾ, ਮੈਂ ਵੀ ਕੱਢ ਲੈਣਾ, ਤੂੰ ਵੀ ਕੱਢ ਲੈ, ਤਾਂ ਵੇਖ ਲੈਣੇ ਕੌਣ ਦਬਾਉਂਦਾ ਹੈਗਾ। ਹਾਂ ਠੀਕ ਹੈ, ਮੈਂ ਮੂੰਹਫਟ ਹੈਗਾ, ਮੂੰਹਫਟ ਸੀ। ਇਹਦਾ ਜਿਹੜੀ ਸਜ਼ਾ ਹੈਗੀ, ਇਹਦਾ ਖਾਮਿਆਜ਼ਾ ਜਿਹੜਾ ਹੈਗਾ ਹਾਂ ਮੈਨੂੰ ਭੁਗਤਣਾ ਪਿਆ ਲਗਾਤਾਰ। ਠੀਕ ਹੈ। ਜਿਹੜੇ ਲੋਕ ਕਹਿੰਦੇ ਨੇ ਵੀ ਕਾਨੂੰਨ ਸਿਰਫ ਵੱਡੇ ਆਦਮੀਆਂ ਵਾਸਤੇ ਹੈ, ਪੋਲੀਟੀਸ਼ੀਅਨ ਵਾਸਤੇ ਰਹਿ ਗਿਆ, ਜੇ ਤੁਸੀਂ ਗੱਲਾਂ ਕਰਦੇ ਫਿਰ ਬਿਲਕੁਲ ਸਹੀ ਉਸ ਵਿੱਚ ਜਾਪਦਾ। ਕਾਨੂੰਨ ਜਿਹੜਾ ਹੈਗਾ, ਅਸੀਂ ਗੱਲ ਕਰਦੇ ਹੈਗੇ ਰੂਲ ਆਫ ਲਾਅ ਦੀ। ਮੈਂ ਸਮਝਦਾ ਬਦਕਿਸਮਤੀ ਹੈਗੀ ਆਮ ਤੌਰ ਤੇ ਇਹ ਰੂਲ ਆਫ ਲਾਅ ਨਹੀਂ ਹੈਗਾ ਕਿ ਰੂਲ ਆਫ ਲਾਅ ਨੂੰ ਤੁਸੀਂ ਕਿੰਨਾ ਤੋੜ ਸਕਦੇ ਹੈਗੇ ਹੋ, ਮਰੋੜ ਸਕਦੇ ਹੈਗੇ ਹੋ। ਇਹ ਬੜੀ ਅਜੀਬ ਜਿਹੀ ਚੀਜ਼ ਹੈਗੀ ਹੈ। ਕਾਨੂੰਨ ਜਿਹੜਾ ਹੈਗਾ ਇਹਨੂੰ ਕਹਿੰਦੇ ਹੈਗੇ ਨੇ ਪੈਂਡੋਰਾਸ ਬਾਕਸ। ਇਹਨੂੰ ਕੋਈ ਬੰਦਾ ਇਹ ਕਾਨੂੰਨ ਹੈਗਾ ਸਿੱਧਾ ਸਪਸ਼ਟ ਕਾਨੂੰਨ ਹੈਗਾ, ਪਰ ਇਹਨੂੰ ਇਹ ਮੋੜ ਵੀ ਦੇ ਸਕਦੇ ਹੈਗੇ ਹੋ ਤੁਸੀਂ, ਉਹ ਮੋੜ ਵੀ ਦੇ ਸਕਦੇ ਹੈਗੇ ਹੋ। ਔਰ ਲੀਗਲੀ ਤੁਸੀਂ ਠੀਕ ਹੈਗੇ ਹੋ ਕਿ ਮੈਂ ਤਾਂ ਕਾਨੂੰਨ ਦੇ ਅਨੁਸਾਰ ਕੰਮ ਕੀਤਾ ਹੈ। NDPS ਦੇ ਕੇਸਿਸ ਹੈਗੇ ਨੇ, ਉਹਨੇ ਕਿਹਾ ਕਿ ਇੰਨਾ ਕਿਸੇ ਦੇ ਕੋਲ ਫੜਿਆ ਗਿਆ ਤੇ ਉਹਨੂੰ ਤੁਸੀਂ ਫੜ ਕੇ ਉਹਦੇ ਖਿਲਾਫ ਪਰਚਾ ਕਰ ਦਿਓ ਤੇ ਕੇਸ ਕਰੋ। ਤੁਹਾਡੇ ਕੋਲੋਂ ਫੜਿਆ ਗਿਆ ਠੀਕ ਹੈਗਾ, ਪਰ ਕਈ ਵਾਰੀ ਹੁੰਦਾ ਕਿ ਤੁਹਾਡੇ ਤੇ ਪਾਇਆ ਤੇ ਮੈਂ ਹੀ ਹੈਗਾ, ਮੈਂ ਹੀ ਪਾਇਆ ਤੇ ਮੈਂ ਕਿਹਾ ਉਨੀ ਰਿਕਵਰੀ ਤੁਹਾਡੇ ਕੋਲੋਂ ਕਰਾ ਦਿੱਤੀ, ਤੁਹਾਡੇ ਕੋਲੋਂ ਤੁਹਾਡੇ ਘਰ ਚੋਂ ਤੇ ਜਿਹੜਾ ਹੈਗਾ ਫੜ ਕੇ ਮੈਂ ਤੁਹਾਨੂੰ ਕਿਹਾ ਕਿ ਆ ਜਾਓ ਜੀ ਥਾਣੇ 'ਚ ਆ ਜਾਓ, ਪਰਚਾ ਤੁਹਾਡਾ ਹੋ ਗਿਆ। ਜੋ ਤੁਸੀਂ ਨੁਕਤੇ ਦੱਸੇ ਨੇ ਇਸ ਸਮੇਂ ਇਹ 'ਚ ਬਿਹੇਵੀਅਰ ਦੀ ਗੱਲ ਕਰੀਏ, ਜੇ ਤੁਹਾਨੂੰ ਜੇ ਮੈਂ ਪੁੱਛਾਂ ਅੱਜ ਦੇ 2021 ਦੇ ਵਿੱਚ ਜੇ 10 'ਚ ਕਿੰਨੇ ਨੰਬਰ ਦੇਣੇ ਹੋਣਗੇ ਜੇ ਬਿਹੇਵੀਅਰ ਦੇ ਤੌਰ ਤੇ ਗੱਲ ਕਰੀ ਪੰਜਾਬ ਪੁਲਿਸ ਦੀ? ਮੈਂ ਗੱਲ ਕਰਾਂਗਾ ਸਿਰਫ ਇਸ ਪੋਜੀਸ਼ਨ ਦੀ। ਜੇ ਤੁਸੀਂ ਬਿਹੇਵੀਅਰ ਦੀ ਗੱਲ ਕਰਦੇ ਹੈਗੇ, ਦੇਖੋ ਮੈਂ ਤੁਹਾਨੂੰ ਸਾਰੇ ਦੱਸ ਦੇਣਾ ਹੈਗਾ, ਇਹ ਜਿਹੜਾ ਪੁਲਿਸ ਸੈਂਸਿਟੀਵਿਟੀ ਹੈਗੀ ਹੈ ਤੇ ਗੁੱਡ ਬਿਹੇਵੀਅਰ ਜਿਹੜਾ ਹੈਗਾ ਪੰਜਾਬ ਥੱਲਿਓਂ 6ਵੇਂ ਨੰਬਰ ਤੇ ਹੈਗਾ 29 ਸੂਬਿਆਂ 'ਚੋਂ। ਸੂਬਿਆਂ ਤੇ ਸਾਡੇ ਜਿਹੜੀ ਹੈਗੇ ਨੇ 8 UT ਵੀ ਹੈਗੀਆਂ ਨੇ, 8 ਯੂਨੀਅਨ ਟੈਰੀਟਰੀਜ਼ ਵੀ ਹੈਗੇ ਨੇ, 28 ਸਟੇਟਾਂ ਵੀ ਹੈਗੀਆਂ ਨੇ। ਇਹਨਾਂ 'ਚੋਂ ਥੱਲਿਓਂ ਇਹਦਾ 6ਵਾਂ ਨੰਬਰ ਹੈਗਾ। ਅਬ ਕਿੰਨੀ ਰਿਸਪੌਂਸਿਵ ਹੈਗੀ ਹੈ, ਕਿੰਨੀ ਰਿਸਪੌਂਸਿਵ ਨਹੀਂ ਹੈਗੀ ਹੈ, ਇਹਦਾ ਅੰਦਾਜ਼ਾ ਜਿਹੜਾ ਸਰਵੇ ਹੋਇਆ ਹੈਗਾ, ਜਿਹੜਾ ਇਸ ਇੰਡੀਅਨ ਪੁਲਿਸ ਫਾਊਂਡੇਸ਼ਨ ਨੇ ਕੀਤਾ ਹੈਗਾ, ਇਹਦੇ ਨਾਲ ਲਾ ਦਿਓ। ਰਿਸ਼ਵਤ ਦੀ ਗੱਲ ਕਰੀਏ, ਰਿਸ਼ਵਤ ਨੂੰ ਲੈ ਕੇ ਤਾਂ ਬੜੀ ਚਰਚਾ ਬਣੀ ਹੁੰਦੀ, ਪੂਰੇ ਭਾਰਤ ਦੀ ਗੱਲ ਕਰ ਲੈਂਦੇ ਆ। ਜੇ ਰਿਸ਼ਵਤ ਦੀ ਗੱਲ ਕਰੀਏ, ਜੇ ਤੁਹਾਡੇ ਨਜ਼ਰੀਏ ਨਾਲ ਦੇਖਣਾ ਹੋਵੇ, ਕਿੰਨੇ ਨੰਬਰ ਦੋਗੇ 10 ਵਿੱਚੋਂ ਪੁਲਿਸ ਨੂੰ? ਚਲੋ ਸਰਵੇ ਵਾਲੇ ਜੋ ਨੰਬਰ ਨਹੀਂ ਦੇਤੇ ਇਹਨਾਂ ਨੇ ਜਿਹੜੇ ਨੰਬਰ ਦਿੱਤੇ, ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋਗੇ, ਪੰਜਾਬ ਜਿਹੜਾ ਹੈਗਾ ਥੱਲਿਓਂ 8ਵੀਂ ਪੋਜੀਸ਼ਨ ਤੇ ਆਇਆ ਹੈਗਾ ਕਰਪਸ਼ਨ ਦੀ ਗੱਲ ਕਰਦੇ ਹੈਗੇ। ਯਾਨੀ ਜਿਹੜੇ ਕਿ 28 ਸੂਬੇ ਹੋ ਗਏ ਤੇ 8 ਯੂਨੀਅਨ ਟੈਰੀਟਰੀਜ਼ ਹੋ ਗਈ, ਉਹਦੇ ਥੱਲਿਓਂ 8ਵੇਂ ਸਥਾਨ ਤੇ ਆਇਆ ਹੈਗਾ। ਆਮ ਤੌਰ 'ਤੇ ਜਿੰਨੇ ਵੀ ਇਹਨਾਂ ਨੇ ਪੈਰਾਮੀਟਰਸ ਰੱਖੇ ਹੈਗੇ ਨੇ, ਨੰਬਰ 1 ਤੇ ਆਮ ਤੌਰ 'ਤੇ ਰਿਹਾ ਹੈਗਾ ਜਾਂ ਤੇ ਆਂਧਰਾ ਪ੍ਰਦੇਸ਼ ਜਾਂ ਫਿਰ ਤੇਲੰਗਾਨਾ, ਜਿਹੜਾ ਕਿ ਹੁਣ ਆਂਧਰਾ ਪ੍ਰਦੇਸ਼ ਦੇ ਵਿੱਚੋਂ ਹੀ ਬਣਿਆ ਹੈਗਾ। ਔਰ ਪੰਜਾਬ ਦਾ ਸਥਾਨ ਜਿਹੜਾ ਹੈਗਾ ਆਮ ਤੌਰ 'ਤੇ ਥੱਲੇ ਦੇਖੋ ਇਸ ਕਿਸੇ ਨਾ ਕਿਸੇ ਪੋਜੀਸ਼ਨ। ਜਦੋਂ ਮੈਂ ਲਿਸਟ ਵੇਖ ਰਿਹਾ ਸੀ ਕਿਹੜੀ ਪੋਜੀਸ਼ਨ ਤੇ ਪਾਇਆ, ਮੈਂ ਕਿਹਾ ਇੰਨੇ ਕੋਸ਼ਿਸ਼ ਕਿਉਂ ਕਰਨੀ ਕਿ ਉੱਤੋਂ ਥੱਲਿਓਂ ਕੋਈ ਦੇਖਾਂ, ਥੱਲੇ ਉੱਤੇ ਵੇਖਾਂ। ਕਿੰਨਾ ਨੰਬਰ ਮਿਲਿਆ ਤੁਹਾਨੂੰ ਪੰਜਾਬ ਪੁਲਿਸ ਦਾ? ਪੰਜਾਬ ਪੁਲਿਸ ਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਟੋਟਲ ਓਵਰਆਲ 25ਵਾਂ ਨੰਬਰ ਮਿਲਿਆ ਹੈਗਾ। 25ਵਾਂ ਬਿਹਾਰ ਸਭ ਤੋਂ ਥੱਲੇ ਆ, ਦੋ ਰਹਿ ਕੇ ਸੂਬੇ, ਫਿਰ ਨੀਚੇ ਬਿਹਾਰ ਹੈ, ਸਭ ਤੋਂ ਉੱਪਰ ਆਂਧਰਾ ਪ੍ਰਦੇਸ਼ ਹੈ। ਫਿਰ ਇੰਨੇ ਥੱਲੇ ਜਾਣ ਦਾ ਕਾਰਨ ਕੀ ਹੋ ਸਕਦਾ? ਜੇ ਬਿਹਾਰ ਦੀ ਗੱਲ ਕਰ ਲਈਏ, ਕਿਤੇ ਬਿਹਾਰ 'ਚ ਉਹੋ ਜਿਹੀ ਰਫਲਾਂ ਨਹੀਂ ਮਿਲਦੀਆਂ, ਬਿਹਾਰ ਵਿੱਚ ਆਪਾਂ ਜੀਪਾਂ ਦੀ ਗੱਲ ਕਰ ਲਈਏ, ਟੈਕਨੋਲੋਜੀ ਦੀ ਗੱਲ ਕਰ ਲਈਏ, ਨਹੀਂ ਹੈਗੀ। ਪਰ ਪੰਜਾਬ ਪੁਲਿਸ ਕੋਲ ਸਭ ਕੁਝ ਹੈਗਾ। ਦੇਖੋ ਟੈਕਨੋਲੋਜੀ ਹੁੰਦੀ ਹੈਗੀ ਹੈ ਸਾਡੇ ਕੋਲ, ਇੱਥੇ AK-47 ਵੀ ਹੈਗੀਆਂ ਨੇ, ਉਦੋਂ ਚੰਗੇ ਜਿਹੜੇ ਪੈਰਾਮਿਲਟਰੀ ਦੇ ਫੋਰਸਿਸ ਦੇ ਜਿਹੜੇ ਹੈਗੇ ਨੇ, ਆਟੋਮੈਟਿਕ ਸੈਮੀ ਆਟੋਮੈਟਿਕ ਵੈਪਨਸ ਵੀ ਹੈਗੇ ਨੇ, ਉਹ ਇਸਤੇਮਾਲ ਕਿੱਥੇ ਹੋ ਰਹੇ ਹੈਗੇ ਨੇ। ਜਿਹੜਾ ਕਿ ਵੱਡੇ ਬੰਦੇ ਹੈਗੇ ਨੇ, ਚਾਹੇ ਜਿਨ੍ਹਾਂ ਨੂੰ ਲਾਜ਼ਮੀ ਹੈਗਾ ਜਾਂ ਗੈਰ ਲਾਜ਼ਮੀ ਹੈਗਾ, ਪਰ ਜਿਨ੍ਹਾਂ ਨੂੰ ਮਿਲਣਾ ਹੈਗਾ ਜਾਂ ਪੋਜੀਸ਼ਨ ਉਹਨਾਂ ਦਾ ਰਸੂਖ ਕਰਨਾ ਹੈਗਾ, ਉਹਨਾਂ ਦੇ ਗਨਮੈਨ 'ਚ ਲੱਗੇ ਹੈਗੇ ਨੇ। ਜਿੰਨੇ ਵੀ ਤੁਸੀਂ ਗਨਮੈਨ ਦੇਖੋਗੇ, ਤੁਸੀਂ ਵੇਖੋਗੇ ਐਨ ਸੋਹਣੇ ਸੁਲੱਖਣੇ 6 ਫੁੱਟ ਦੇ ਜਵਾਨ ਹੈਗੇ ਨੇ, ਆਟੋਮੈਟਿਕ ਉਹਨਾਂ ਦੇ ਕੋਲ ਵੈਪਨਸ ਹੈਗੇ ਨੇ। ਇਹ ਸੋਹਣੇ ਸੁਲੱਖਣੇ ਜਿਹੜੇ ਜਵਾਨ ਹੈਗੇ ਨੇ ਸਾਡੇ ਪੰਜਾਬੀ 6 ਫੁੱਟ ਪਲੱਸ ਦੇ, ਇਹਨਾਂ ਨੂੰ ਉਸ ਡਿਊਟੀ ਤੇ ਲਾਣਾ ਚਾਹੀਦਾ ਹੈਗਾ ਜਾਂ ਪਬਲਿਕ ਦੇ ਵਿੱਚ ਲਿਆ ਕੇ ਜਿਹੜਾ ਪੰਜਾਬ ਪੁਲਿਸ ਦਾ ਇੱਕ ਮੋਰਲ ਹੈਗਾ, ਜਿਹੜੀ ਪਿਕਚਰ ਹੈਗੀ ਹੈ ਕਿੰਨੀ ਸਮਾਰਟ ਹੈਗੀ ਹੈ ਪੰਜਾਬ ਪੁਲਿਸ, ਉਹਦੇ 'ਚ ਹੋਣਾ ਚਾਹੀਦਾ ਹੈਗਾ।
ਇਹਦਾ ਫੈਸਲਾ ਤੁਹਾਡੇ ਦਰਸ਼ਕ ਜਿਹੜੇ ਹੈਗੇ ਨੇ ਉਹਨਾਂ ਤੇ ਮੈਂ ਛੱਡਦਾ ਹੈਗਾ। ਤੁਸੀਂ ਇੱਕ ਸਵਾਲ ਕੀਤਾ ਸੀ ਜਦੋਂ ਮੈਂ ਤੁਹਾਨੂੰ ਪੁੱਛਿਆ ਵੀ ਕਿਉਂ ਪੱਛਮੀ ਸਥਾਨ ਤੇ ਆਈ, ਤੁਸੀਂ ਕਿਹਾ ਵੀ ਜਾਂ ਮੌਜੂਦਾ ਮੁੱਖ ਮੰਤਰੀ ਤੇ ਜਾਂ ਮੁੱਖ ਮੰਤਰੀ ਪਿੱਛੇ ਜਿਹੜੇ ਹੈਗੇ ਸੀ ਉਹ ਦੱਸ ਸਕਦੇ ਨੇ। ਫਿਰ ਇਹ ਗੱਲ ਕਹੀ ਜਾ ਸਕਦੀ ਹੈ ਜੇ ਕਰਪਸ਼ਨ ਹੁੰਦੀ ਵੀ ਹੈ, ਜੇ ਬਿਹੇਵੀਅਰ ਠੀਕ ਨਹੀਂਗਾ, ਕਿ ਵਾਕਈ ਮੰਤਰੀਆਂ ਦੇ ਨਾਮ ਵੀ ਅੱਗੇ ਆਉਣਗੇ ਵੀ ਉਹਨਾਂ ਨੂੰ ਸਿੱਧਾ ਬਲੇਮ ਕੀਤਾ ਜਾ ਸਕਦਾ? ਦੇਖੋ ਸਰ, ਮੈਂ ਤਾਂ ਪਹਿਲੇ ਕਹਿ ਚੁੱਕਿਆ ਹੈਗਾ, 100% ਨਹੀਂ ਕਹਿੰਦਾ ਹੈਗਾ, ਪਰ ਕਾਫੀ ਹੱਦ ਤੱਕ ਟ੍ਰਾਂਸਫਰ ਪੋਸਟਿੰਗ ਜਿਹੜੇ ਹੁੰਦੇ ਨੇ, ਕੁਰਸੀਆਂ ਮਿਲਦੀਆਂ ਹੈਗੀਆਂ ਜਾਂ ਤੇ ਇਸ ਗੱਲ ਤੇ ਕਿ ਤੁਹਾਡੇ ਜਿਹੜੇ ਕੰਮ ਹੋਣਗੇ ਅੱਖ ਮੀਟ ਕੇ ਹੋਣਗੇ। ਜੇ ਕਿਸੇ ਨੂੰ ਫਾਹੇ ਲਾਣਾ ਹੈ ਫਾਹੇ ਵੀ ਲਾ ਦੇਾਂਗੇ, ਕਿਸੇ ਦੇ ਜ਼ਮੀਨ ਤੇ ਕਬਜ਼ਾ ਕਰਾਉਣਾ ਹੈ ਉਹ ਵੀ ਕਰਾ ਦੇਾਂਗੇ, ਕਿਸੇ ਦਾ ਕੁਝ ਹੋਰ ਨੁਕਸਾਨ ਕਰਨਾ ਹੈ ਉਹ ਵੀ ਕਰ ਦੇਾਂਗੇ, ਜਾਂ ਤੁਹਾਨੂੰ ਇਹਨੇ ਪੈਸੇ ਦੇ ਦੇਾਂਗਾ। 100% ਨਹੀਂ ਜਿਸ ਤਰ੍ਹਾਂ ਮੈਂ ਕਹਿ ਚੁੱਕਿਆ, ਪਰ ਕਾਫੀ ਹੱਦ ਤੱਕ ਇਸ ਤਰ੍ਹਾਂ ਦਾ ਹੁੰਦਾ ਹੈਗਾ। ਔਰ ਇਸੇ ਕਰਕੇ ਤੁਸੀਂ ਵੇਖਿਆ ਨਾ, ਸੇ ਪੋਲੀਟੀਸ਼ੀਅਨਸ ਹੀ ਕਿਉਂ, ਅਫਸਰਾਂ ਦੇ ਵਿਚਕਾਰ ਵੀ ਗੱਲ ਹੈਗੀ ਹੈ। ਤੁਸੀਂ ਵੇਖਿਆ ਹੋਣਾ ਕਿ ਅਫਸਰ ਜਿਹੜੇ ਕਈ ਹੈਗੇ, ਜਦੋਂ ਉਹਨਾਂ ਦਾ ਤਬਾਦਲਾ ਹੁੰਦਾ ਇੱਕ ਥਾਂ ਤੋਂ ਦੂਜੇ ਥਾਂ ਤੱਕ, ਆਪਣਾ ਪੂਰਾ ਦਾ ਪੂਰਾ ਅਮਲਾ ਸਟਾਫ ਜਿਹੜਾ ਹੈਗਾ ਨਾਲ ਹੀ ਲੈ ਜਾਂਦੇ ਹੈਗੇ ਨੇ। ਕਿਉਂ? ਕਿ ਉਹਨਾਂ ਦੇ ਨਾਲ ਕੋਈ ਹਿੱਸੇਦਾਰੀ ਹੋਈ ਹੈਗੀ ਹੈ, ਜਾਂ ਉਹਨਾਂ ਦੇ ਕੋਈ ਰਿਸ਼ਤੇਦਾਰੀ ਹੈਗੀ ਹੈ, ਜਾਂ ਉਹਨਾਂ ਦੇ ਕੋਲ ਵਿਚਕਾਰ ਕੋਈ ਪਿਆਰ ਹੈਗਾ ਹੈ, ਜਾਂ ਉਹਨਾਂ ਦੇ ਕੋਲ ਕੋਈ ਦੋਸਤੀ ਹੈਗੀ ਹੈ। ਤੁਸੀਂ ਜਦੋਂ ਨਈ ਥਾਂ ਤੇ ਜਾਂਦੇ ਹੈਗੇ ਹੋ, ਤੁਸੀਂ ਨਵੇਂ ਬੰਦੇ ਲਿਓ ਜਿਹੜੇ ਬੰਦੇ ਉੱਥੋਂ ਆਉਂਦੇ ਹੈਗੇ ਨੇ, ਪਰ ਪੂਰਾ ਦਾ ਪੂਰਾ ਅਮਲਾ ਜਿਹੜਾ ਹੈਗਾ 20-25 ਬੰਦਿਆਂ ਦਾ ਉਹਨਾਂ ਦੇ ਨਾਲ ਹੀ ਤੁਰਦਾ ਹੈਗਾ। ਹੱਦ ਬਾਤ ਤੁਸੀਂ ਲੈ ਜਾਣਾ ਚਾਹੁੰਦੇ ਹੋ, ਇੱਕ ਬੰਦੇ ਨੂੰ ਲੈ ਜਾਓ, ਤੁਹਾਡਾ ਪੀਏ ਜਿਹੜਾ ਹੈਗਾ ਉਹਦੀ ਸਪੀਡ ਚੰਗੀ ਹੈਗੀ, ਤੁਸੀਂ ਉਹਨੂੰ ਲੈ ਜਾਓ, ਠੀਕ ਹੈ, ਤੁਸੀਂ ਡਿਕਟੇਸ਼ਨ ਦੇਣਾ ਹੈਗਾ। ਪਰ ਪੂਰਾ 20-25 ਬੰਦਿਆਂ ਦਾ ਅਮਲਾ ਜਿੱਥੇ ਵੀ ਗਿਆ, A ਜ਼ਿਲ੍ਹੇ ਦੇ ਵਿੱਚ, B ਜ਼ਿਲ੍ਹੇ ਦੇ ਵਿੱਚ, C ਜ਼ਿਲ੍ਹੇ ਦੇ ਵਿੱਚ, ਪੂਰਾ ਦਾ ਪੂਰਾ ਅਮਲਾ ਹੀ ਤੁਰਦਾ ਹੈਗਾ। ਜਿਸ ਤਰ੍ਹਾਂ ਕਿ ਤਬਾਦਲਾ ਸਿਰਫ ਅਫਸਰ ਦਾ ਹੀ ਨਹੀਂ ਹੋਇਆ, ਪੂਰਾ ਸਟਾਫ ਦਾ ਵੀ ਹੋ ਗਿਆ, ਔਰ ਇਹ ਕਦੇ ਅਪਰੂਵ ਨਹੀਂ ਹੁੰਦਾ ਹੈਗਾ। ਇਹ ਨਹੀਂ ਕਿ ਅਪਰੂਵ ਕਰਾਉਂਦੇ ਹੈਗੇ ਨੇ, ਬਸ ਪੂਰਾ ਸਟਾਫ ਨਾਲ ਲੈ ਜਾਂਦੇ ਹੈਗੇ ਨੇ ਬਿਨਾਂ ਕਿਸੇ ਪਰਮਿਸ਼ਨ ਦੇ, ਜਿਹੜਾ ਕਿ ਟੋਟਲੀ ਇਲੀਗਲ ਹੈਗਾ। ਸਰ ਹੁਣ ਚੋਣਾਂ ਦਾ ਸਮਾਂ, ਚੋਣਾਂ ਦੀ ਰੁੱਤ ਆਈ ਹੈ ਹੁਣ, ਜਦੋਂ ਚੋਣਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ IPS ਆਫੀਸਰ, SSP, SHO ਬਦਲੇ ਜਾਂਦੇ ਨੇ, ਕੋਈ ਹੋਰ ਸਿਆਸੀ ਪਾਰਟੀ ਆ ਜਾਂਦੀ ਹੈ, ਕੋਈ CM ਦਾ ਚਿਹਰਾ ਹੋਰ ਆ ਜਾਂਦਾ, ਕੋਈ ਕੈਬਨਿਟ ਮਿਨਿਸਟਰ ਹੋਰ ਆ ਜਾਂਦਾ। ਹੁਣ ਆਪਾਂ ਦੇਖਿਆ ਚੰਨੀ ਸਾਹਿਬ ਵੀ ਆਏ ਤੇ ਕਈ IPS ਆਫੀਸਰ ਬਦਲੇ ਵੀ ਗਏ ਨੇ। ਇਹ ਬਦਲੇ ਕਿਉਂ ਜਾਂਦੇ ਨੇ? ਜੇ ਅਕਾਲੀ ਦੀ ਸਰਕਾਰ ਸੀ, ਜੇ ਕਾਂਗਰਸ ਆ ਗਈ ਤਾਂ ਬਦਲੇ ਗਏ, ਜਿਹਨੇ ਜੋ ਟ੍ਰਾਂਸਫਰ ਕਰਤੀ। ਜੇ ਪਹਿਲਾਂ ਕਾਂਗਰਸ ਸੀ, ਜੇ ਅਕਾਲੀਆਂ ਦੀ ਆ ਗਈ 2007 ਦੀ ਗੱਲ ਕਰ ਲਈ ਤਾਂ ਬਦਲੇ ਗਏ। ਇਹ ਕਿਉਂ ਬਦਲੇ ਕਿਉਂ ਜਾਂਦੇ ਨੇ ਅਫਸਰ ਸਾਰੇ? ਇਹ ਬਦਕਿਸਮਤੀ ਦੀ ਗੱਲ ਹੈਗੀ ਹੈ। ਦੇਖੋ ਇੱਥੇ ਅਫਸਰਾਂ ਦਾ ਆਮ ਤੌਰ ਤੇ ਇਹ ਨਹੀਂ ਹੁੰਦਾ ਹੈ ਕਿ ਬੰਦਾ ਇੰਨਾ ਐਫੀਸ਼ੀਐਂਟ ਹੈਗਾ, ਇੰਨਾ ਚੰਗਾ ਹੈ, ਇਸ ਕਰਕੇ ਇਹਨੂੰ ਹੀ ਪੋਸਟਿੰਗ ਦੇਣੀ ਚਾਹੀਦੀ ਹੈਗੀ ਹੈ। ਇੱਥੇ ਹੁੰਦਾ ਹੈਗਾ, ਅੱਛਾ ਇਹ ਬੰਦਾ ਉਹਦਾ ਬੰਦਾ ਸੀ, ਉਹਦੇ ਨਾਲ ਲੱਗਦਾ ਸੀ, ਉਹਦੇ ਚੰਗੇ ਮਾੜੇ ਕੰਮ ਕੀਤੇ, ਹੁਣ ਮੈਨੂੰ ਚਾਹੀਦਾ ਇਹ ਬੰਦਾ ਮੇਰਾ ਹੋ ਸਕਦਾ ਹੈਗਾ, ਜਾਂ ਤੇ ਮਿਲ ਕਰਕੇ ਸਮਝੌਤਾ ਹੋ ਜਾਂਦਾ ਹੈਗਾ। ਜਦੋਂ ਵੀ ਕੋਈ ਨਵੇਂ ਮੁੱਖ ਮੰਤਰੀ ਬੰਦੇ ਹੈਗੇ ਨੇ ਜਾਂ ਹੁੰਦੇ ਹੈਗੇ ਨੇ, ਤੁਸੀਂ ਵੇਖਿਆ ਹੋਣਾ ਅਫਸਰਾਂ ਦੇ ਉਹਨਾਂ ਦੇ ਘਰ ਦੇ ਮੂਹਰੇ ਲਾਈਨ ਲੱਗ ਜਾਂਦੀ ਹੈਗੀ ਹੈ। ਸਾਰੇ ਜਿਹੜੇ ਹੈਗੇ ਨੇ ਫੁੱਲ ਜਾਂ ਕੋਈ ਨਾ ਕੋਈ ਗਿਫਟਾਂ ਲੈ ਕੇ ਉੱਥੇ ਪੁੱਜ ਜਾਂਦੇ ਹੈਗੇ ਨੇ ਕਿ ਸਰ ਜੀ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ। ਉਹ ਆਪਣੀ ਸੇਵਾ ਦੀ ਗੱਲ ਕਰਦੇ ਹੈਗੇ ਨੇ ਕਿ ਆਪਣੇ ਖੁਦ ਦੀ ਸੇਵਾ ਅਫਸਰ ਕਰਨਾ ਚਾਹੁੰਦੇ ਹੈਗੇ ਨੇ, ਜਾਂ ਪੋਲੀਟੀਸ਼ੀਅਨ ਦੀ ਕਰਾਉਣਾ ਚਾਹੁੰਦੇ ਹੈਗੇ ਨੇ, ਜਾਂ ਸਟੇਟ ਦੀ ਕਰਾਉਣਾ ਚਾਹੁੰਦੇ ਹੈਗੇ ਨੇ, ਦੇਸ਼ ਦੀ ਕਰਾਉਣਾ ਚਾਹੁੰਦੇ ਹੈਗੇ ਨੇ, ਇਹ ਰੱਬ ਜਾਣੇ। ਸਰ ਤੁਸੀਂ ਇੰਨਾ ਸਮਾਂ ਰਹੇ ਹੋ ਕਿ ਤੁਹਾਡੇ ਕਾਰਜਕਾਲ ਦੇ ਵਿੱਚ ਹੋਇਆ ਵੀ ਕਿਸੇ ਅਫਸਰ ਨੇ ਤੁਹਾਨੂੰ ਆ ਕੇ ਕਿਹਾ ਹੋਵੇ ਵੀ ਮੈਂ ਤਾਂ ਉੱਥੇ ਪੋਸਟਿੰਗ ਲੈਣੀ ਹੈ, ਮੇਰੇ ਕੋਲ ਇੰਨੇ ਪੈਸੇ ਲੈ ਲਓ ਜਾਂ ਮੈਂ ਇੰਨੇ ਪੈਸੇ ਦੇ ਦੂੰਗਾ? ਤੁਸੀਂ ਹੁਣ ਜਿਵੇਂ ਜ਼ਿਕਰ ਕਰਦੇ ਸੀ ਵੀ ਜ਼ਿਲ੍ਹਿਆਂ ਵਿੱਚ ਵੀ ਪੈਸੇ ਲੈ ਕੇ SSP SHO ਲੱਗੇ ਜਾਂਦੇ ਨੇ, ਤੁਹਾਨੂੰ ਕਿਸੇ ਨੇ ਆ ਕੇ ਕਿਹਾ ਤੁਹਾਡੇ ਕਾਰਜਕਾਲ 'ਚ? ਕਿਉਂਕਿ ਮੇਰੀ ਇਮੇਜ ਕੁਛ ਇਸ ਤਰ੍ਹਾਂ ਹੀ ਖਾੜਕੂ ਜਿਹੀ ਰਹੀ ਹੈਗੀ ਹਮੇਸ਼ਾ। ਜਦੋਂ ਮੈਂ ASP ਹੁੰਦਾ ਸੀ, ਅਜੇ ਪੰਜਾਬ ਦੇ ਵਿੱਚ ਆਇਆ ਹੀ ਸੀ, ਮੇਰੀ ਪਹਿਲੀ ਪੋਸਟਿੰਗ ਸਾਡੀ IPS ਤੋਂ ASP ਹੁੰਦੀ ਹੈ। ਪਹਿਲਾ ਮੰਤਰੀ ਜਿਹੜਾ ਮੈਂ ਖੜਕਾਇਆ ਸੀ ASP ਦੇ ਤੌਰ ਤੇ ਕਰਾਇਆ ਸੀ। ਔਰ ਬਲਕਿ ਜਦੋਂ ਮੈਂ ਟ੍ਰੇਨਿੰਗ ਦੇ ਵਿੱਚ ਸੀ, ਉਹਦੇ ਵਿੱਚ ਇੱਕ MLA ਸਾਹਿਬਾਨ ਸਨ, ਉਹਨਾਂ ਨੂੰ ਮੈਂ ਹਵਾਲਾ 'ਚ ਤੱਕ ਪਾ ਦਿੱਤਾ ਸੀ, ਉਹਦਾ ਵੀ ਰੌਲਾ ਕਾਫੀ ਪਿਆ ਸੀ। ਤੇ ਇੱਕ ਬੰਦੇ ਦੀ ਇਮੇਜ ਬਣ ਜਾਂਦੀ ਹੈ ਕਿ ਇਹ ਬੰਦਾ ਕਮਲਾ ਹੈਗਾ ਹੈ, ਜਾਂ ਖਾੜਕੂ ਹੈਗਾ ਹੈ, ਜਾਂ ਗੱਲ ਨਹੀਂ ਸੁਣਦਾ ਹੈਗਾ ਹੈ, ਜਿਹੜਾ ਵੀ ਤੁਸੀਂ ਸ਼ਬਦ ਇਸਤੇਮਾਲ ਕਰਨਾ ਚਾਹੋ। ਯੈਸ, ਮੇਰੇ ਕੋਲ ਤਾਂ ਨਹੀਂ ਆਈ, ਪਰ ਮੈਨੂੰ ਪਤਾ ਹੈ ਕਈ ਥਾਵਾਂ 'ਤੇ ਮੇਰਾ ਜਦੋਂ ਤਬਾਦਲਾ ਹੋਇਆ ਹੈਗਾ, ਮੇਰੇ ਥੱਲੇ ਦੇ ਕਾਫੀ ਸਾਰੇ ਬੰਦੇ ਜਿਹੜੇ ਸਨ ਅਫਸਰ, ਉਹ ਆਪਣਾ ਮੈਨੇਜ ਕਰਕੇ, ਚਾਹੇ ਹੱਥ ਪਾँव ਜੋੜ ਕੇ ਜਿਸ ਤਰ੍ਹਾਂ ਹੈਗਾ, ਮੇਰੇ ਥੱਲਿਓਂ ਤਬਾਦਲਾ ਕਰਾ ਕਰਕੇ ਚਲੇ ਗਏ। ਅੱਛਾ ਸੋ ਹੁਣ ਗੱਲ ਕਰੀਏ 29 ਸੂਬਿਆਂ ਵਿੱਚੋਂ 25ਵਾਂ ਸਥਾਨ ਹੈ। ਜੇ ਤੁਸੀਂ ਦੇਖਣਾ ਹੋਵੇ 2021 ਦੇ ਵਿੱਚ ਤੁਸੀਂ ਕਿੰਨਾ ਸਥਾਨ ਦੋਗੇ ਪੰਜਾਬ ਪੁਲਿਸ ਨੂੰ ਆਲ ਓਵਰ, ਜੋ ਤੁਸੀਂ 9 ਨੁਕਤੇ ਰੱਖੇ ਨੇ? ਦੇਖੋ ਬਾਕੀ ਸਟੇਟਾਂ ਦੇ ਵਿੱਚ ਤੇ ਬਗੈਰ ਸਰਵੇ ਦੇ ਤੇ ਮੈਂ ਕੁਝ ਕਹਿ ਨਹੀਂ ਸਕਦਾ, ਪਰ ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਪੁਲਿਸ ਦਾ ਜਿਹੜਾ ਪਰਸੈਪਸ਼ਨ ਹੈਗਾ ਹੈ ਕਿ ਪਿਛਲੇ ਕੁਝ ਦਿਨੋਂ ਮੇਰਾ ਇੱਕ ਹੋਰ ਕਿਤੇ ਇੰਟਰਵਿਊ ਚੱਲ ਰਿਹਾ ਸੀ, ਬਲਕਿ ਇੰਟਰੈਕਸ਼ਨ ਚੱਲ ਰਿਹਾ ਸੀ NRIs ਦੇ ਕੋਲੋਂ, ਉਹਨਾਂ ਦੇ ਨਾਲ ਵੀ ਇਹੀ ਗੱਲ ਹੋ ਰਹੀ ਸੀ। ਇਹ ਵੀ ਇਹੀ ਕਹਿ ਰਹੇ ਸੀ ਕਿ ਪੰਜਾਬ ਦੇ ਵਿੱਚ ਆਉਂਦੇ ਹੋਏ ਸਾਡੀ ਕੀ ਕਰੀਏ, ਸਾਡੀ ਜਾਨ ਨਿਕਲਦੀ ਹੈਗੀ ਹੈ, ਸਾਡਾ ਪ੍ਰੋਪਰਟੀ ਜਿਹੜੀ ਹੈਗੀ ਉਹ ਦੱਬੀ ਗਈ ਹੈ, ਕੋਈ ਕਾਗਜ਼ ਜਿਹੜੇ ਹੈਗੇ ਨੇ ਉਹਨਾਂ ਦਾ ਅਟੈਸਟੇਸ਼ਨ ਕਰਾਉਣਾ ਹੈਗਾ, ਹਰ ਪਾਸੇ ਔਕੜਾਂ ਆਉਂਦੀਆਂ ਹੈਗੇ ਨੇ, ਨਾ ਸਿਰਫ ਪੁਲਿਸ ਦੇ ਵਿੱਚ ਬਲਕਿ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਵੀ। ਇਨਫੈਕਟ ਅਨਫੋਰਚੂਨੇਟਲੀ ਕਿਉਂਕਿ ਮੈਂ ਸਮਝਦਾ ਹੈਗਾ ਪੰਜਾਬ ਤੋਂ ਜਿਹੜਾ ਪੰਜਾਬੀ ਡਾਇਸਪੋਰਾ ਹੈਗਾ, ਜਿਹੜਾ ਵਿਦੇਸ਼ ਗਏ ਹੈਗੇ ਨੇ, ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈਗੀ ਹੈ,
ਪਰ ਨੈਚੁਰਲੀ ਜਿਹੜੇ ਬੰਦੇ ਬਾਹਰ ਗਏ ਹੈਗੇ ਨੇ ਬਦਕਿਸਮਤੀ ਨਾਲ ਕੁਝ ਦੇ ਨਾਲ ਹੁੰਦਾ ਹੈ ਉਹਨਾਂ ਦੇ ਰਿਲੇਟਿਵਸ ਜਿਹੜੇ ਹੁੰਦੇ ਨੇ ਰਿਸ਼ਤੇਦਾਰ ਹੁੰਦੇ ਨੇ ਕਹਿੰਦੇ ਚਲੋ ਇਹ ਤਾਂ ਗਿਆ ਪਰ ਕੋਸ਼ਿਸ਼ ਕਰੋ ਕਿ ਵਾਪਸ ਨਾ ਆਏ ਤਾਂ ਕਿ ਇਹਦੀ ਪ੍ਰਾਪਰਟੀ ਦਾ ਅਸੀਂ ਕਬਜ਼ਾ ਕਰ ਲਈਏ। ਉਹਨਾਂ ਨੂੰ ਕਸ਼ਟ ਤੇ ਹੁੰਦਾ ਹੈਗਾ, ਦੁੱਖ ਤੇ ਹੁੰਦਾ ਹੈਗਾ। ਇੱਥੇ ਆਉਂਦੇ ਹੈਗੇ ਉਹਨਾਂ ਨੂੰ ਕੋਈ ਹੱਥ ਨਹੀਂ ਫੜਾਉਂਦਾ। ਜੇ ਹੱਥ ਫੜਾਏਗਾ ਤਾਂ ਕਹੇਗਾ ਹਾਂਜੀ ਦੱਸੋ ਕਿੰਨੇ ਲੱਖ ਦਿੰਦੇ ਹੈਗੇ ਹੋ, ਜਾਂ ਫਿਰ ਤੁਸੀਂ ਇੱਕ ਹੋਰ ਗੱਲ ਸੁਰਖੀ ਹੋਣੀ ਆ। ਸਾਡੇ ਜਿਹੜੇ ਹੈਗੇ ਨੇ ਕਈ ਉੱਗੇ ਮੰਤਰੀ ਪੋਲੀਟੀਸ਼ੀਅਨ ਅਫਸਰ ਸਾਹਿਬਾਨ ਜਿਹੜੇ ਹੈਗੇ ਨੇ ਵਿਦੇਸ਼ਾਂ 'ਚ ਜਾਂਦੇ ਉਹਨਾਂ ਦਾ ਰਹਿਣ ਪਹਿਣ ਦਾ ਸਾਰਾ ਖਰਚਾ ਸ਼ੋਪਿੰਗ ਦਾ ਉੱਥੇ ਦੇ NRI ਕਰਾਉਂਦੇ ਹੈਗੇ ਨੇ। ਇਹ ਕੀ ਹੈਗਾ? ਇਹ ਰਿਸ਼ਵਤ ਨਹੀਂ ਹੈਗੀ ਹੈ ਕਿ ਮੈਂ ਜਾ ਰਿਹਾ ਹੈਗਾ ਵਿਦੇਸ਼ ਅਮਰੀਕਾ ਜਾ ਰਿਹਾ ਘੁੰਮਣ, ਮੇਰਾ ਰਹਿਣ ਦਾ 5 ਸਟਾਰ ਦੇ ਵਿੱਚ ਹੋਟਲ ਦਾ, ਟਰਾਂਸਪੋਰਟ ਦਾ, ਮੇਰੀ ਸ਼ਾਪਿੰਗ ਦਾ, ਮੇਰੇ ਪਰਿਵਾਰ ਦਾ ਘੁੰਮਣ ਘੁਮਾਉਣਾ ਕਿੰਨਾ ਖਰਚ ਹੁੰਦਾ ਹੈਗਾ? $1,00,000 ਤਾਂ ਖਰਚ ਹੋ ਹੀ ਜਾਂਦਾ ਨਾ 100,000 ਜਿਹਦਾ ਮਤਲਬ ਰਿਸ਼ਵਤ ਨਹੀਂ ਹੈਗੀ। ਸਰ ਜੇ ਆਪਾਂ ਗੱਲ ਕਰੀ ਪੰਜਾਬ ਪੁਲਿਸ ਦੀ, ਪੰਜਾਬ ਪੁਲਿਸ ਨੂੰ ਲੈ ਕੇ ਸਭ ਕੁਝ ਜੇ ਅਵੇਲੇਬਲ ਹੈਗਾ, ਸਭ ਕੁਝ ਮੌਜੂਦ ਹੈ, ਹੁਣ ਰੈਂਕ ਕਿਵੇਂ ਉੱਪਰ ਜਾਊਗਾ? ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਫਰੈਂਡਲੀ ਬਣਨ ਵਾਸਤੇ ਇਹਨਾਂ ਨੂੰ ਸੈਮੀਨਾਰ ਲਗਾਉਣੇ ਪੈਣੇ ਨੇ, ਇਹਨਾਂ ਨੂੰ ਜਾ ਕੇ ਸਾਈਕੋਲੋਜੀ ਵੀ ਇਹਨਾਂ ਨੂੰ ਟ੍ਰੇਨਿੰਗ ਦੇਣੀ ਪੈਣੀ ਹੈ, ਫਿਰ ਲੱਗਦਾ ਵੀ ਉੱਪਰ ਵੀ ਪ੍ਰਧਾਨ ਜਾ ਸਕਦਾ ਹੈ। ਉਹ ਆਂਧਰਾ ਪ੍ਰਦੇਸ਼ ਪੁਲਿਸ ਕਿਸ ਤਰੀਕੇ ਨਾਲ ਕੰਮ ਕਰਦੀ ਹੈ, ਪੰਜਾਬ 'ਚ ਕਿਵੇਂ ਲੱਗ ਹੈ ਉਹ ਪਹਿਲੇ ਨੰਬਰ ਤੇ ਆ ਗਈ? ਤਾਂ ਦੇਖੋ ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈਗੀ ਹੈ ਜਿਹੜਾ ਕਿ ਪਾਪੂਲੇਸ਼ਨ ਹੈਗੀ ਹੈ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਦਾ ਸਟੈਂਡਰਡ ਹੈਗਾ, ਕਿੰਨੀ ਐਜੂਕੇਸ਼ਨ ਹੈਗੀ, ਕਿੰਨੀ ਉਹਨਾਂ ਦੀ ਪੋਲੀਟੀਕਲ ਅਵੇਅਰਨੈਸ ਹੈਗੀ, ਕਿੰਨੀ ਕੀ ਹੈਗੀ ਹੈ। ਦੂਜੀ ਸਟੇਟਾਂ ਦਾ ਮੈਨੂੰ ਪਤਾ ਹੈਗਾ, ਇਹ ਸਟੇਟ ਦਾ ਪੰਜਾਬ ਦਾ ਗੱਲ ਕਰਾਂ ਕਿ ਇੱਥੇ ਜਿਹੜਾ ਇਲੈਕਸ਼ਨ ਆਉਂਦਾ ਹੈਗਾ 500,000 ਰੁਪਏ ਦੇ ਵਿੱਚ ਦਾਰੂ ਦੀ 1-2 ਬੋਤਲਾਂ ਦੇ ਵਿੱਚ ਜਿਹੜੇ ਹੈਗੇ ਨੇ ਵਿਕ ਜਾਂਦੇ ਨੇ ਲੋਕੀ। ਦੂਜੀਆਂ ਸਟੇਟਾਂ ਦੇ ਵਿੱਚ ਹੈਗਾ ਹੈ ਕਿ ਠੀਕ ਹੈ ਪਰ ਉੱਥੇ ਕਰਪਸ਼ਨ ਹੈਗਾ, ਇਹ ਨਹੀਂ ਕਹਿੰਦਾ ਨਹੀਂ ਹੈਗਾ, ਪਰ ਉੱਥੇ ਕਰਪਸ਼ਨ ਜਿਹੜਾ ਹੈਗਾ ਬਹੁਤ ਹੀ ਲੋ ਕਿਸਮ ਦਾ ਹੈਗਾ ਕਿ ਤੁਹਾਨੂੰ ਇੰਨਾ ਗਾਂਜਾ ਮਿਲ ਗਿਆ ਜਾਂ ਕੁਝ ਹੋਰ ਹੋ ਗਿਆ ਜਾਂ ਨਹੀਂ ਵੀ ਮਿਲਿਆ। ਪਰ ਔਰ ਦੂਜੀ ਸੰਸਥਾਵਾਂ ਦੇ ਵਿੱਚ ਦੂਜੀ ਸਟੇਟਾਂ ਦੇ ਵਿੱਚ ਜਿਸ ਤਰ੍ਹਾਂ ਆਂਧਰਾ ਪ੍ਰਦੇਸ਼ ਦੀ ਗੱਲ ਕਰਾਂ ਤੇ ਤੇਲੰਗਾਨਾ ਦੀ ਗੱਲ ਕਰਾਂ, ਇੱਥੇ ਜਿਹੜਾ NGO ਮੂਵਮੈਂਟ ਹੈਗਾ ਉਹ ਬੜਾ ਸਟਰੋਂਗ ਹੈਗਾ। ਔਰ NGO ਮੂਵਮੈਂਟ ਜਿਹੜਾ ਹੈਗਾ ਉਹਦਾ ਹੁੰਦਾ ਹੈਗਾ ਕਿ ਉਹ ਸੱਜੇ ਖੱਬੇ ਨਹੀਂ ਵੇਖਦੀ ਹੈਗੀ, ਆਪਣਾ ਇੱਕ ਮੁੱਦਾ ਲੈ ਕੇ ਜਿਸ ਤਰ੍ਹਾਂ ਇਹ ਸਰਵੇ ਹੋਇਆ ਹੈਗਾ ਇਸ ਤਰ੍ਹਾਂ ਲੈ ਕਰਕੇ ਉਹਨੂੰ ਅੱਗੇ ਵੱਧਦੀ ਹੈਗੀ। ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਜ਼ਿਆਦਾਤਰ ਜਿਹੜੇ NGOs ਜਾਂ ਇਸ ਤਰ੍ਹਾਂ ਦੇ ਪ੍ਰੈਸ਼ਰ ਗਰੁੱਪਸ ਹੈਗੇ ਨੇ, ਮੈਂ ਪ੍ਰੈਸ਼ਰ ਗਰੁੱਪਸ ਦੀ ਗੱਲ ਕਰਾਂ ਕਿਉਂਕਿ NGO ਵੀ ਇੱਕ ਤਰੀਕੇ ਦਾ ਨਾ ਪ੍ਰੈਸ਼ਰ ਗਰੁੱਪ ਹੈਗਾ। ਇੱਥੇ ਸਾਡੇ ਆਮ ਤੌਰ 'ਤੇ ਜਿਹੜੇ ਪ੍ਰੈਸ਼ਰ ਗਰੁੱਪਸ ਹੈਗੇ ਨੇ ਉਹ ਸਾਰੇ ਹੈਗੇ ਨੇ ਪੇਜ 3। ਪੇਜ 3 ਦਾ ਮਤਲਬ ਹੈਗਾ ਪਬਲਿਸਿਟੀ ਚਾਹੀਦੀ ਹੈਗੀ ਉਹਨਾਂ ਨੂੰ। ਕਿਸੇ ਮੰਤਰੀ ਦੇ ਨਾਲ ਫੋਟੋ ਖਿਚਵਾ ਲੈਤੀ, ਕਿਸੇ ਗਵਰਨਰ ਨਾਲ ਫੋਟੋ ਖਿਚਵਾ ਲੈਤੀ। ਤੁਸੀਂ ਸੋਸ਼ਲ ਮੀਡੀਆ ਹੀ ਦੇਖ ਲਿਓ, ਜਿਹੜਾ WhatsApp ਯੂਨੀਵਰਸਿਟੀ ਤੇ Facebook ਯੂਨੀਵਰਸਿਟੀ ਇਹ ਸਾਰੀ ਉਹਦੇ 'ਚ ਚੰਗੇ ਬੰਦੇ ਜਿਹੜੇ ਹੈਗੇ ਨੇ ਜਿਹੜਾ ਕਿ ਆਪਣਾ ਪ੍ਰੈਸ਼ਰ ਗਰੁੱਪ ਬਣਾ ਸਕਦੇ ਹੈਗੇ ਨੇ, ਉਹ ਆਪਣੇ ਕਿਸੇ SHO ਸਾਹਿਬਾਨ ਨਾਲ ਫੋਟੋ ਖਿਚਵਾ ਕੇ ਉਹਦੇ 'ਚ ਪਾ ਰਹੇ ਹੈਗੇ ਜਾਂ ਨਹੀਂ SSP ਨਾਲ ਗੱਲ ਕਰਵਾ ਰਹੇ ਹੈਗੇ ਨੇ। ਇਹ ਜਿਹੜਾ ਹੈਗਾ ਗੱਲ ਮਾੜੀ ਹੈਗੀ ਔਰ ਇਸ ਗੱਲ ਨੂੰ ਮੈਂ ਥੋੜ੍ਹਾ ਹੋਰ ਪਿੱਛੇ ਵੀ ਲਿਜਾਣਾ ਹੈਗਾ। ਜਦੋਂ ਅੰਗਰੇਜ਼ ਇੱਥੇ ਸਨ ਤੇ ਉਹਨਾਂ ਨੇ ਪੰਜਾਬ ਪੁਲਿਸ ਨੂੰ ਇਸਤੇਮਾਲ ਕੀਤਾ ਲੋਕਾਂ ਨੂੰ ਦਬਾਉਣ ਲਈ ਅੰਨ੍ਹੇਵਾਹ ਦਾ। ਉਹ ਜਿਹੜਾ ਇੱਕ ਸਿਸਟਮ ਹੈਗਾ ਚੱਲਦਾ ਜਾ ਰਿਹਾ ਹੈਗਾ ਜਿਹਨੂੰ ਚੇਂਜ ਕਰਨ ਦੀ, ਜਿਹਨੂੰ ਤੋੜਨ ਦੀ ਵੀ ਬਹੁਤ ਕੋਸ਼ਿਸ਼ ਨਹੀਂ ਹੋਈ। ਜਦੋਂ ਮੈਂ ਪੰਜਾਬ ਦੀ ਗੱਲ ਕਰ ਰਿਹਾ ਉਹਦੇ ਜਿਹੜਾ ਪਾਕਿਸਤਾਨੀ ਪੰਜਾਬ ਹੈਗਾ ਉਹਦੀ ਵੀ ਗੱਲ ਕਰ ਰਿਹਾ ਹੈਗਾ, ਜਿਹੜਾ ਕਿ ਲਾਹੌਰ ਬੰਬ ਕਾਂਡ ਜਾਂ ਦੂਜੇ ਜਿਹੜੇ ਹੋਏ ਹੈਗੇ ਨੇ ਜਿਹਦੇ 'ਚ ਸਟੇਟ ਦੇ ਦੂਜੇ ਸੂਬਿਆਂ ਤੋਂ ਵੀ ਆਏ ਸੀ, ਬਟੁਕੇਸ਼ਵਰ ਦੱਤ ਆਏ UP ਦੇ ਵਿੱਚੋਂ, ਚੰਦਰ ਸ਼ੇਖਰ ਆਜ਼ਾਦ ਆਏ, ਇਹ ਸਾਰੇ ਆਏ ਸਨ। ਤੇ ਇੱਥੇ ਵੀ ਆ ਕਰਕੇ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਜਿਹੜੀ ਉਸ ਵੇਲੇ ਦੀ ਸੀ, ਸੰਯੁਕਤ ਪੰਜਾਬ ਕਹਿ ਦਿਓ ਜਾਂ ਇੰਡੀਆ ਪਾਕਿਸਤਾਨ ਜਦੋਂ ਇੱਕੋ ਸਨ, ਉਸ ਵੇਲੇ ਦੀ ਜਿਹੜੀ ਇੱਕ ਟ੍ਰੈਡੀਸ਼ਨ ਚਲਾ ਆ ਰਿਹਾ ਹੈਗਾ, ਇਹ ਜਿਹੜਾ ਹੈਗਾ ਇਹਨੂੰ ਪੜ੍ਹਨਾ ਪਏਗਾ। ਤੇ ਸਾਰਿਆਂ ਤੋਂ ਜ਼ਿਆਦਾ ਮੈਂ ਸਮਝਣਾ ਹੈਗਾ ਕਿ ਹਰ ਸਟੇਟ ਦੇ ਵਿੱਚ ਪੁਲਿਸ ਫੋਰਸ ਹੈਗੀ ਹੈ ਇਹ ਚਲਦੀ ਹੈਗੀ ਹੈ ਸਟ੍ਰਿਕਟਨੈਸ ਦੇ ਨਾਲ। ਜਦੋਂ ਤੱਕ ਸਟ੍ਰਿਕਟਨੈਸ ਜਿਹੜੀ ਹੈਗੀ ਹੈ ਮੁੱਖ ਮੰਤਰੀ ਦੇ ਵਿਚਕਾਰ, ਪੋਲੀਟੀਸ਼ੀਅਨਸ ਦੇ ਵਿਚਕਾਰ ਨਹੀਂ ਆਏਗੀ। ਹੁਣ ਇਹੀ ਹੁੰਦਾ ਹੈਗਾ ਕਿ ਠੀਕ ਹੈ ਇਹਨੂੰ DG ਲਾ ਦਿਓ, ਉਹਨੂੰ ਇਹ ਲਾ ਦਿਓ, ਇਹਨੂੰ ਲਾ ਦਿਓ। ਜੇ ਉਹ ਚੱਲਣ ਕਿ ਇਹ ਬੰਦਾ ਜਿਹੜਾ ਹੈਗਾ ਇਮਾਨਦਾਰ ਹੈਗਾ, ਚੰਗਾ ਕੰਮ ਕਰਦਾ ਹੈਗਾ, ਇਹਨੂੰ ਹੀ ਲਾਓ। ਔਰ ਇਹ ਜਿਹੜਾ ਹੈਗਾ ਅਕਾਊਂਟੇਬਿਲਿਟੀ, ਜਿਸ ਤਰ੍ਹਾਂ ਇਹਦੇ ਵਿੱਚ ਅਕਾਊਂਟੇਬਿਲਿਟੀ ਦੀ ਗੱਲ ਆਈ, ਅਕਾਊਂਟੇਬਿਲਿਟੀ ਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਥੱਲੇ 4ਵਾਂ 5ਵਾਂ ਸਥਾਨ ਹੈਗਾ। ਜਿਵੇਂ ਤਾਂ ਅਕਾਊਂਟੇਬਿਲਿਟੀ ਨਹੀਂ ਹੈਗੀ ਹੈ, ਮੈਂ ਪੁਲਿਸ ਅਫਸਰ ਹਾਂ, ਮੈਂ ਕੋਈ ਗਲਤ ਕੀਤਾ ਪਰ ਮੈਂ ਤਾਂ ਬਚ ਗਿਆ ਸਾਹਿਬ, ਇਹਦਾ ਮਤਲਬ ਅਕਾਊਂਟੇਬਿਲਿਟੀ ਕੀ ਹੈਗੀ ਹੈ ਮੇਰੀ, ਜਾਂ ਜਿਹੜੇ ਮੇਰੇ ਸੀਨੀਅਰ ਹੈਗੇ ਨੇ ਉਹਨਾਂ ਦੀ ਕੀ ਅਕਾਊਂਟੇਬਿਲਿਟੀ ਹੈਗੀ ਹੈ। ਜਦੋਂ ਤੱਕ ਅਕਾਊਂਟੇਬਿਲਿਟੀ ਨਹੀਂ ਆਏਗੀ ਡਿਸਿਪਲਿਨ ਠੀਕ ਨਹੀਂ ਹੋ ਸਕਦਾ ਹੈ। ਔਰ ਅਕਾਊਂਟੇਬਿਲਿਟੀ ਹਮੇਸ਼ਾ ਸ਼ੁਰੂ ਹੁੰਦੀ ਹੈਗੀ ਟੌਪ ਤੋਂ, ਥੱਲੇੋਂ ਨਹੀਂ ਸ਼ੁਰੂ ਹੁੰਦੀ ਹੈਗੀ ਹੈ। ਜੇ ਟੌਪ ਜਿਹੜੇ ਹੈਗੀ ਅਕਾਊਂਟੇਬਲ ਹੈਗੀ ਹੈ, ਕੋਈ ਮੁੱਖ ਮੰਤਰੀ ਹੈਗਾ, ਕੋਈ ਮੰਤਰੀ ਹੈਗਾ, ਕੋਈ ਹੋਰ ਹੈਗਾ, ਜਦੋਂ ਤੱਕ ਉਹ ਅਕਾਊਂਟੇਬਲ ਨਹੀਂ ਹੈਗਾ, ਇਲੈਕਸ਼ਨਸ ਹੁੰਦੇ ਹੈਗੇ ਨੇ, ਵਾਅਦੇ ਕੀਤੇ, ਕੋਈ ਅਕਾਊਂਟੇਬਿਲਿਟੀ ਹੈਗੀ ਉਹਦੀ? ਵਾਅਦੇ ਕੀਤੇ, ਮੈਂ 1000 ਵਾਅਦੇ ਕੀਤੇ, ਪੂਰਾ ਮੈਂ ਇੱਕ ਨਹੀਂ ਕੀਤਾ, ਕੌਣ ਅਕਾਊਂਟੇਬਲ ਹੈਗਾ?
ਤੇ ਇਹ ਜਿਹੜੀ ਹੈਗੀ ਅਕਾਊਂਟ ਲੈਕ ਆਫ ਅਕਾਊਂਟੇਬਿਲਿਟੀ ਜਿਹੜੀ ਕਿ ਉੱਤੋਂ ਸ਼ੁਰੂ ਹੁੰਦੀ ਹੈ, ਇਲੈਕਸ਼ਨਾਂ ਤੋਂ ਸ਼ੁਰੂ ਹੁੰਦੀ ਹੈਗੀ ਹੈ, ਝੂਠੇ ਵਾਅਦਿਆਂ ਤੋਂ ਸ਼ੁਰੂ ਹੁੰਦੀ ਹੈ, ਚਲਦੀ ਜਾਂਦੀ ਹੈ, ਇਹ ਥੱਲੇ ਥੱਲੇ ਲਗਾਤਾਰ ਪਰਕੂਲੇਟ ਹੋ ਗਈ ਹੈਗੀ ਹੈ। ਔਰ ਇਹ ਸਾਡੇ ਪੰਜਾਬ ਪੁਲਿਸ ਦੀ ਹੀ ਨਹੀਂ ਬਲਕਿ ਜਿਹੜਾ ਸਾਡਾ ਰੈਵਨਿਊ ਹੈ, ਦੂਜੇ ਡਿਪਾਰਟਮੈਂਟ ਹੈਗੇ, ਕਾਫੀ ਹੱਦ ਤੱਕ ਮੈਂ ਕਹਿ ਰਿਹਾ ਉਹਨਾਂ ਦੀ ਵੀ ਇੱਕ ਕਲਚਰ ਬਣ ਚੁੱਕੀ ਹੈ। ਅੱਛਾ ਸਰ, ਹੁਣ ਚੋਣਾਂ ਦਾ ਸਮਾਂ ਹੈ ਕਿ ਤੁਹਾਡੇ ਕਾਰਜਕਾਲ ਦੇ ਵਿੱਚ ਜੇ ਅੱਜ ਦੀ ਗੱਲ ਕਰੀਏ ਜਾਂ ਪਿਛਲੇ ਦੌਰ ਦੀ ਗੱਲ ਕਰੀਏ, ਕਦੀ ਇਹੋ ਜਿਹਾ ਹੋਇਆ ਤੁਹਾਨੂੰ ਕਿਸੇ ਪੋਲੀਟੀਸ਼ੀਅਨ ਨੇ ਕਹਿਤਾ ਉਹ ਜਿੱਤ ਕੇ ਐਮਐਲਏ ਐਮਪੀ ਆ ਮਿਨਿਸਟਰ ਬਣ ਗਿਆ ਵੀ ਉਹ ਪਿੰਡ ਨੇ ਵੋਟਾਂ ਨਹੀਂ ਪਾਈਆਂ, ਉਸ ਪਰ ਮੈਂ ਪਰਚਾ ਦੇਣਾ ਹੈ, ਉਸ ਵਿਅਕਤੀ ਨੇ ਮੇਰੇ ਖਿਲਾਫ ਚੋਣ ਪ੍ਰਚਾਰ ਕੀਤਾ, ਉਸ ਨੂੰ ਪਰਚਾ ਦੇਣਾ ਹੈ, ਇਹ ਹੁੰਦਾ? ਇਹ ਹੁੰਦਾ ਹੈਗਾ, ਹਰ ਵਾਰੀ ਹੁੰਦਾ ਹੈਗਾ, ਨੋ ਡਾਊਟ ਅਬਾਊਟ ਇਟ। ਪਰ ਜੇ ਤੁਸੀਂ ਮੇਰੀ ਗੱਲ ਕਰਦੇ ਹੈਗੇ ਹੋ, ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਚੁੱਕਾ, ਜਦੋਂ ਮੈਂ ਏਐਸਪੀ ਅੰਡਰ ਟ੍ਰੇਨਿੰਗ ਸੀ ਉਸ ਵੇਲੇ ਤੇ ਮੇਰੀ ਇਮੇਜ ਜਿਹੜੀ ਖੜਕੂ ਵਾਲੀ ਬਣ ਗਈ ਸੀ। ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ, ਪਰ ਚूंकि ਮੈਂ ਪੰਜਾਬ ਪੁਲਿਸ ਦਾ ਇੰਨੇ ਚਿਰ ਤੱਕ ਹਿੱਸਾ ਰਹਿ ਚੁੱਕਿਆ ਹੈ, ਹਾਂ ਹੁੰਦਾ ਹੈਗਾ। ਇਸ ਪੰਚਾਇਤਾਂ ਨੇ ਨਹੀਂ ਦਿੱਤਾ ਵੋਟ, ਔਰ ਇਹ ਵੀ ਦੱਸ ਦਿਆਂ ਤੁਹਾਨੂੰ, ਇਹ ਵੀ ਹੁੰਦਾ ਹੈਗਾ। ਇਹ ਪੰਚਾਇਤ ਜਿਹੜੀ ਹੈਗੀ ਹੈ ਮੇਰੇ ਖਿਲਾਫ ਹੈਗੀ ਹੈ, ਇਹ ਕੰਮ ਸਾਡੀ ਇੰਟੈਲੀਜੈਂਸ ਵੀ ਕਰਦੀ ਹੈਗੀ ਹੈ। ਇਹ ਪੰਚਾਇਤ ਸਾਡੇ ਖਿਲਾਫ ਹੈਗੀ ਹੈ ਤੇ ਇਹਦਾ ਜਿਹੜਾ ਪੰਚਾਇਤ ਦੇ ਮੈਂਬਰ ਹੈਗੇ ਨੇ, ਇਸ ਪਿੰਡ ਦੇ ਜਿਹੜੇ ਰਸੂਖਦਾਰ ਵਿਅਕਤੀ ਹੈਗੇ ਨੇ ਜਾਂ ਸ਼ਹਿਰ ਦੇ ਰਸੂਖਦਾਰ ਹੈਗੇ, ਇਹਨਾਂ ਦੇ ਵੀਕ ਪੁਆਇੰਟ ਕੱਢੋ, ਇਹਨਾਂ ਦੇ ਵੀਕ ਪੁਆਇੰਟ ਕੱਢੋ ਤਾਂ ਕਿ ਇਹਨਾਂ ਦੀ ਕੰਨ ਮਰੋੜਿਆ ਜਾ ਸਕੇ, ਜਿਹਨੂੰ ਕਿ ਇੱਕ ਆਮ ਭਾਸ਼ਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਗਲਤ ਹੈ ਕਿ ਸਹੀ ਹੈ ਮੈਂ ਨਹੀਂ ਕਹਿ ਸਕਦਾ, ਬਲੈਕਮੇਲ ਕਰਨਾ ਜਿਹੜਾ ਹੁੰਦਾ ਇਟ ਅਮਾਊਂਟਸ ਟੂ ਦੈਟ, ਕਿ ਤੁਸੀਂ ਜਿਹੜੇ ਹੈਗੇ ਸਰਕਾਰ ਦੇ ਖਿਲਾਫ ਹੈਗੇ, ਤੁਹਾਡੀ ਵੀਕਨੈਸ ਲੱਭੇਗੀ, ਤੁਹਾਡੀ ਵੀਕਨੈਸ ਲੈ ਕੇ ਹੋਏਗਾ ਠੀਕ ਹੈ ਇਹ ਤੁਹਾਡੀ ਵੀਕਨੈਸ ਹੈਗੀ, ਹੁਣ ਤੁਸੀਂ ਜਾਓਗੇ ਕਿੱਥੋਂ? ਤੇ ਇਹ ਸਾਰੇ ਜਿਹੜੇ ਪਰਪੰਚ ਹੈਗੇ ਨੇ, ਇਹ ਪੋਲਿਟਿਕਸ ਦੇ ਵਿੱਚ ਇੰਨੇ ਜ਼ਿਆਦਾ ਇਸਤੇਮਾਲ ਹੁੰਦੇ ਹੈਗੇ ਨੇ ਦੈਟ ਯੂ ਕਾਂਟ ਇਵਨ ਇਮੈਜਿਨ। ਜਿਵੇਂ ਹੁਣ ਸਰ ਚਲੋ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਣ ਦਾ ਹੱਕ ਹੈਗਾ, ਉਹ ਆਪਾਂ ਨੂੰ ਸੰਵਿਧਾਨ ਰਾਈਟ ਦਿੰਦਾ ਹੈ, ਕਿ ਇੱਦਾਂ ਵੀ ਕੋਈ ਹੁੰਦਾ ਵੀ ਜਦੋਂ ਮੇਰੀ ਪਾਰਟੀ ਵਿੱਚ ਸ਼ਾਮਲ ਨਾ ਹੋਇਆ ਤੇ ਕੇਸ ਦੇ ਦੂੰਗਾ, ਤੇ ਇਹਦੇ ਪਿੱਛੇ ਇਨਕਮ ਟੈਕਸ ਦੀ ਰੇਡ ਪਵਾ ਦੂੰਗਾ, ਤੇ ਪਿੱਛੇ ਈਡੀ ਛੱਡ ਦੂੰਗਾ, ਹੁੰਦਾ ਹੈ? ਬਿਲਕੁਲ ਹੁੰਦਾ, 100% ਹੁੰਦਾ ਹੈਗਾ, ਨੋ ਡਾਊਟ ਅਬਾਊਟ ਇਟ। ਤੁਹਾਨੂੰ ਐਗਜ਼ਾਮਪਲ ਚਾਹੀਦੇ ਹੈਗੇ ਨੇ, ਤੁਸੀਂ ਅਖਬਾਰ ਖੋਲ ਕੇ ਵੇਖ ਲਿਓ, ਤੁਹਾਨੂੰ ਪਤਾ ਹੈਗਾ ਨੇ, ਮੇਰੇ ਕੋਲ ਲੋਕ ਕਿਉਂ ਕਹਾਣਾ ਚਾਹੁੰਦੇ ਹੈਗੇ ਹੋ, ਸਾਰਿਆਂ ਨੂੰ ਪਤਾ ਹੈ ਕੀ ਹੁੰਦਾ ਹੈਗਾ, ਖੁੱਲ ਕੇ ਹੁੰਦਾ ਹੈਗਾ। ਅੱਜ ਕੱਲ ਹੋ ਰਿਹਾ, ਅੱਜ ਕੱਲ ਦਿਨਾਂ 'ਚ ਹੋ ਰਿਹਾ, ਹਮੇ ਪਹਿਲੇ ਵੀ ਹੁੰਦਾ ਰਿਹਾ ਸੀ, ਹੁਣ ਵੀ ਹੋ ਰਿਹਾ, ਅੱਗੇ ਵੀ ਹੁੰਦਾ ਰਹੇਗਾ। ਮੈਂ ਇਸ ਗੱਲ ਦਾ ਮੈਂ ਦਾਅਵਾ ਕਰਨਾ ਹੈਗਾ, ਪਹਿਲੇ ਵੀ ਹੁੰਦਾ ਰਿਹਾ ਸੀ, ਹੁਣ ਵੀ ਹੁੰਦਾ ਹੈਗਾ, ਅੱਗੇ ਵੀ ਹੁੰਦਾ ਰਹੇਗਾ। ਤੁਸੀਂ ਖਬਰ ਪੜ੍ਹ ਲਈ ਹੋਣੀ ਅੱਜ ਦੀ, ਕੌਣ ਕਿੱਧਰ ਗਿਆ? ਨੈਚੁਰਲੀ ਥੋੜਾ ਬਹੁਤ ਪਤਾ ਹੁੰਦਾ ਹੀ ਹੈਗਾ, ਔਰ ਚूंकि ਮੇਰੀ ਬੈਕਗ੍ਰਾਉਂਡ ਪੁਲਿਸ ਵਾਲੇ ਦੇ ਰਹਿ ਚੁੱਕੀ ਹੈਗੀ ਹੈ, ਤੇ ਕਈ ਵਾਰੀ ਹੁੰਦਾ ਜਿਹਨੂੰ ਕਹਿੰਦੇ ਨੇ ਰੀਡਿੰਗ ਇਨ ਬਿਟਵੀਨ ਦ ਲਾਈਨਸ ਜਾਂ ਬਿਯੋਂਡ ਦ ਲਾਈਨਸ, ਥੋੜਾ ਬਹੁਤ ਗੱਲ ਪਤਾ ਹੁੰਦੀ ਹੈ, ਦੇਖ ਕੇ ਸਮਝ ਆ ਜਾਂਦਾ ਹੈ ਕਿ ਹੋ ਕੀ ਰਿਹਾ ਹੈਗਾ। ਇੱਕ ਸਾਦਾ ਸਿੱਟਾ ਇਹ ਕੱਢ ਕੇ ਦੇਖ ਲਈਏ ਵੀ ਪੋਲੀਟੀਸ਼ੀਅਨ ਹੀ ਕਾਨੂੰਨ ਚਲਾਉਂਦੇ ਨੇ, ਗਰੀਬਾਂ ਵਾਸਤੇ ਜੇ ਸੁਣਵਾਈ ਹੈਗੀ ਕੋਰਟ 'ਚ ਹੋ ਸਕਦੀ ਆ, ਪੁਲਿਸ ਸਟੇਸ਼ਨ ਤਾਂ ਬੜੇ ਦੂਰ ਰਹਿ ਗਏ ਨੇ। ਤੇ ਕੋਰਟਾਂ ਦੀ ਵੀ ਗੱਲ ਕਰਾਂ, ਨੈਚੁਰਲੀ ਕੋਰਟਾਂ 'ਚ ਅਸੀਂ ਜਾਣਦੇ ਹੈਗੇ ਉਮੀਦ ਦੇ ਨਾਲ, ਪਰ ਕੇਸਿਸ ਚੱਲਦੇ ਹੈਗੇ ਨੇ 15 20 ਵਾਰੀ, ਕਈ ਵਾਰੀ ਹੁੰਦਾ ਜਿਹੜਾ ਬੰਦਾ ਅਦਾਲਤ ਜੋ ਕੇਸ ਲੈ ਕੇ ਗਿਆ ਉਹਦੀ ਮੌਤ ਵੀ ਹੋ ਗਈ, ਪਰ ਉਹਦਾ ਫੈਸਲਾ ਅਜੇ ਤੱਕ ਨਹੀਂ ਆਇਆ, ਇਹ ਵੀ ਹੁੰਦਾ ਹੈਗਾ। ਇਹ ਜਿਹੜੀ ਡਿਲੇ ਹੈਗੀ ਹੈ ਕੋਰਟਾਂ ਦੇ ਵਿੱਚ, ਜਿਹੜਾ ਕਾਰਨ ਕੁਝ ਵੀ ਹੋ ਸਕਦਾ ਹੈਗਾ ਕਿ ਜੱਜਾਂ ਦੀ ਘਾਟ ਹੈਗੀ ਹੈ ਜਾਂ ਕੁਝ ਹੈਗਾ, ਜਾਂ ਕਈ ਵਾਰੀ ਇਹ ਹੁੰਦਾ ਹੈ ਕਿ ਸਾਡੇ ਕੁਝ ਵਕੀਲ ਸਾਹਿਬਾਨ ਹੁੰਦੇ ਹੈਗੇ ਨੇ, ਕੁਝ ਇਸ ਤਰ੍ਹਾਂ ਦਾ ਪੇਚ ਪਾ ਦਿੰਦੇ ਹੈਗੇ ਨੇ ਕਿ ਗੱਲ ਅੱਗੇ ਤੁਰ ਹੀ ਨਹੀਂ ਸਕਦੀ ਹੈਗੀ ਹੈ, ਉਹ ਰੁੜਦੀ ਜਾਂਦੀ ਹੈਗੀ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਿਹਾ, ਪਰ ਡਰ ਲੱਗਦਾ ਕਹਿੰਦੇ ਹੋਏ 2013 ਸਤੰਬਰ ਦੇ ਵਿੱਚ ਮੈਂ ਕੇਸ ਪਾਇਆ ਸੀ ਆਪਣਾ ਡਰੱਗ ਵਾਲਾ ਪੰਜਾਬ ਦੇ ਵਿੱਚ, ਹੁਣ ਨਵੰਬਰ 2021 ਆ ਗਈ ਹੈ, ਚੱਲਦਾ ਜਾ ਰਿਹਾ ਹੈਗਾ, ਨੋ ਡਾਊਟ ਕਾਫੀ ਸਾਰੇ ਉਹਦੇ ਚੰਗੇ ਫੈਸਲੇ ਹੋਏ ਹੈਗੇ ਨੇ, ਬਹੁਤ ਚੰਗੇ ਫੈਸਲੇ ਹੋਏ ਹੈਗੇ ਨੇ, ਪਰ ਜਿਹੜਾ ਇੱਕ ਸਿੱਟਾ ਮੈਂ ਮੰਗ ਰਿਹਾ ਹੈਗਾ ਕਿ ਸਿੱਟਾ ਮੈਨੂੰ ਇਹ ਚਾਹੀਦਾ ਹੈਗਾ, ਡਰੱਗ ਮਾਫੀਆ ਖਤਮ ਕਰਨਾ ਹੈ ਪੰਜਾਬ, ਹਰਿਆਣਾ ਅਤੇ ਯੂਟੀ ਚੰਡੀਗੜ੍ਹ ਦੇ ਵਿੱਚ। ਉਹਨਾਂ ਦਾ ਕਿਸ ਤਰ੍ਹਾਂ ਹੋ ਸਕਦਾ ਹੈਗਾ, ਇਨ ਤਿੰਨੋਂ ਸਟੇਟਾਂ ਦੇ ਜਿਹੜੀ ਇੰਟੈਲੀਜੈਂਸ ਹੈ ਦੂਜੇ ਅਧਿਕਾਰੀ ਹੈਗੇ ਨੇ ਆਪਣੀ ਲਿਸਟਾਂ ਦੇਣ, ਇਹਦੇ ਇਲਾਵਾ ਜਿਹੜੇ ਸੈਂਟਰਲ ਏਜੰਸੀਜ਼ ਹੈਗੀਆਂ ਨੇ ਉਹ ਵੀ ਆਪਣੀ ਲਿਸਟਾਂ ਦੇਣ, ਤੇ ਮੈਨੂੰ ਸਟੇਟ ਗਵਰਨਮੈਂਟ ਦਾ ਭਰੋਸਾ ਨਹੀਂ ਹੈਗਾ, ਪਰ ਇਹ ਜਿਹੜਾ ਆਪਰੇਸ਼ਨ ਹੋਣਾ ਹੈਗਾ ਇੱਕ ਮੁਸ਼ਤ, ਇਹਦਾ ਸੁਪਰਵਿਜ਼ਨ ਕਿਸੇ ਰਿਟਾਇਰਡ ਸੈਸ਼ਨਸ ਜੱਜ ਨੇ ਕਿਸੇ ਨੂੰ ਕਰਨਾ ਚਾਹੀਦਾ, ਤਾਂ ਹੀ ਮੈਨੂੰ ਉਮੀਦ ਹੈਗੀ, ਵਰਨਾ ਉਹੀ ਹੋਏਗਾ ਪੁਲਿਸ ਦੇ ਵਿਚਕਾਰ ਕਿ ਇਹਦਾ ਨਾਂ ਤੇਰਾ ਆ ਗਿਆ, ਕਿੰਨੇ ਪੈਸੇ ਦੇਗਾ ਤੈਨੂੰ ਵਿਚਕਾਰੋਂ ਕਰ ਦੇਣੇ ਹੈਗੇ, ਜਿਸ ਤਰ੍ਹਾਂ ਕਿ ਲਗਾਤਾਰ ਆਮ ਤੌਰ ਤੇ ਐਨਡੀਪੀਐਸ ਕੇਸਿਸ ਦੇ ਵਿੱਚ ਹੁੰਦਾ ਹੈ। ਬਹੁਤ ਅਹਿਮ ਗੱਲ ਕੀਤੀ, ਬਹੁਤ ਅਹਿਮ ਸਵਾਲ ਚੁੱਕਿਆ। ਫਿਰ ਤਾਂ ਇਹ ਵੀ ਹੁੰਦਾ ਹੋਊਗਾ ਨਾ, ਜੇ ਕਿਸੇ ਪੁਲਿਸ ਵਾਲੇ ਨੇ ਕੋਈ ਨਸ਼ੀਲਾ ਪਦਾਰਥ ਪਕੜ ਲਿਆ, 1 ਕਿਲੋ 2 ਕਿਲੋ ਪਕੜ ਲਿਆ, ਪਰਚੇ ਵਿੱਚ 1 ਕਿਲੋ ਦਿਖਾ ਦੀ ਪਕੜ 2 ਕਿਲੋ ਲਿਆ, ਇਹ ਵੀ ਹੁੰਦਾ ਹੋਊਗਾ? ਇਹ ਵੀ ਹੁੰਦਾ ਹੈਗਾ, ਇਹਨੂੰ ਕਹਿੰਦੇ ਨੇ ਅਸੀਂ ਰੀਸਰਕੂਲੇਸ਼ਨ। ਜੇ ਮੈਂ ਕੋਈ ਪੁਰਾਣੇ ਸਮਾਂ 'ਚ ਜਾਵਾਂ ਜਦੋਂ ਕਿ ਪੰਜਾਬ ਦੇ ਵਿੱਚ ਮਿਲੀਟੈਂਸੀ ਵੀ ਸੀ, ਕਈ ਵਾਰੀ ਹੁੰਦਾ ਸੀ ਇੱਕ ਜ਼ਖੀਰਾ ਜਿਹੜਾ ਹੈਗਾ, ਇੱਕ ਹਾਲ ਜਿਹੜਾ ਹੈਗਾ ਆਰਡੀਐਕਸ ਦਾ ਜਾਂ ਬੰਦਾ ਕਿਤੋਂ ਫੜਿਆ ਗਿਆ,
ਉਹੀ ਰਿਕਵਰੀ ਕਈ ਵਾਰੀ ਦੂਜੀ ਥਾਵਾਂ 'ਤੇ ਪਾ ਦਿੱਤੀ ਜਾਂਦੀ ਸੀ। ਇਹਨੂੰ ਰਿਕਵਰ ਇੱਥੋਂ ਹੋਇਆ, ਕੇਸ ਦੇ ਵਿੱਚ ਖੁਰਦ-ਬੁਰਦ ਥੋੜ੍ਹਾ ਬਹੁਤ ਹੋ ਗਿਆ, ਪਾਰਟ ਆਫ ਇਟ ਕਿਸੇ ਹੋਰ ਸਥਾਨ ਤੋਂ ਕਿਸੇ ਦੇ ਉੱਤੇ ਪਾਉਣਾ ਹੈਗਾ ਜਾਂ ਰਿਕਵਰ ਕਰਨਾ ਹੈ, ਵਾਟਐਵਰ ਇਟ ਇਜ਼। ਔਰ ਇਹੀ ਚੀਜ਼ਾਂ ਜਿਹੜੀ ਹੈਗੀਆਂ ਡਰੱਗ ਕੇਸ ਦੇ ਵਿੱਚ ਹੁੰਦੀ ਹੈ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈਗਾ ਹੈ, 2 ਸਾਲ ਦਾ ਤਾਂ ਮੈਨੂੰ ਪਤਾ ਹੈਗਾ ਹੈ, 2 ਵਾਰੀ ਦਾ। ਇੱਕ ਵਾਰੀ ਇਹਨਾਂ ਨੇ 25,000 ਬੰਦੇ ਫੜ ਦਿੱਤੇ ਇੱਕ ਰਾਤ ਦੇ ਵਿੱਚ, ਔਰ ਦੂਜੀ ਵਾਰੀ ਸ਼ਾਇਦ 30,000 ਫੜ ਦਿੱਤੇ ਇਹਨਾਂ ਨੇ। ਔਰ ਸਨ ਕੋ ਦੇਵਰ ਆਈਦਰ ਛੋਟੇ ਮੋਟੇ ਐਂਡ ਯੂਜ਼ਰ ਜਾਂ ਛੋਟੇ ਮੋਟੇ ਪੈਡਲਰਸ, ਕੋਈ ਡਰੱਗ ਬੈਰਨ ਤੇ ਅਜੇ ਤੱਕ ਫੜਿਆ ਨਹੀਂ ਗਿਆ। ਤੁਹਾਡੇ ਕੋਲ ਸਰ ਕੋਈ ਤੁਹਾਡੇ ਕਾਰਜਕਾਲ 'ਚ ਪੁਲਿਸ ਅਫਸਰ ਆਇਆ ਹੋਵੇ ਵੀ ਸਰ ਤੁਹਾਨੂੰ ਕਿਸੇ ਨੇ ਕਿਹਾ ਸਰ ਮੈਂ ਰਿਸ਼ਵਤ ਲੈ ਲਈ, ਮੇਰੇ ਕੋਈ ਗਲਤੀ ਹੋ ਗਈ, ਜੇ ਤੁਸੀਂ ਪੁਲਿਸ ਵਾਲਾ ਕੀ ਫੜ ਲਿਆ ਹੋਵੇ? ਇਸ ਤਰ੍ਹਾਂ ਦੇ ਮੈਂ ਤੁਹਾਨੂੰ ਫੇਰ ਵੀ ਕਹਿ ਚੁੱਕਿਆ ਹਾਂ, ਇਹ ਡਿਪੈਂਡ ਕਰਦਾ ਬੰਦੇ ਦੀ ਇਮੇਜ ਦੇ ਉੱਤੇ। ਇਹ ਹੁੰਦਾ ਹੈਗਾ ਕਿ ਜੀ ਇੱਥੇ ਮੈਂ ਫੜਿਆ ਹੈਗਾ, ਕਈ ਵਾਰੀ ਹੁੰਦਾ ਇੱਥੇ ਇੰਨਾ ਫੜਿਆ ਗਿਆ ਹੈਗਾ ਜੀ, ਇਹ ਤੁਹਾਡਾ ਹਿੱਸਾ ਹੈ, ਮੇਰਾ ਹਿੱਸਾ। ਪਰ ਚੂੰਕਿ ਮੇਰੀ ਏਐਸਪੀ ਦੇ ਤੌਰ 'ਤੇ ਟ੍ਰੇਨਿੰਗ ਦੇ ਦੌਰਾਨ ਹੀ ਖੜਕੂ ਇਮੇਜ ਬਣ ਗਈ ਸੀ, ਜਦੋਂ ਮੈਂ ਪਹਿਲੀ ਵਾਰੀ ਉਸ ਐਮਐਲਏ ਨੂੰ ਹਵਾਲਾਤ 'ਚ ਪਾ ਦਿੱਤਾ ਸੀ। ਮੇਰਾ ਐਸਐਸਪੀ ਜਿਹੜਾ ਹੈਗਾ ਨਾਰਾਜ਼ ਹੋ ਗਿਆ ਸੀ, ਤੈਨੂੰ ਸਸਪੈਂਡ ਕਰਾ ਦਿਆਂਗਾ, ਤੇਰਾ ਪ੍ਰੋਬੇਸ਼ਨ ਟਰਮੀਨੇਟ ਕਰਾ ਦਿਆਂਗਾ, ਨੌਕਰੀ ਤੋਂ ਕੱਢਿਆ ਜਾਏਗਾ। ਉਹਦੇ ਇੱਕ ਵਾਰੀ ਬਾਅਦ ਹੀ ਮੈਂ ਕਿਸੇ ਮੰਤਰੀ ਨੂੰ ਕੁੱਟ ਦਿੱਤਾ ਸੀ, ਤੇ ਉਹ ਬਣ ਗਈ ਹੈ ਖੜਕੂ ਵਾਲੀ। ਵਰਨਾ ਮੈਂ ਵੀ ਚੰਗੀ ਥਾਵਾਂ 'ਤੇ ਪੋਸਟਿੰਗ ਖਾਂਦਾ, ਆਰਾਮ ਦੇ ਨਾਲ ਬਹਿੰਦਾ। 10 ਵਾਰੇ ਮੈਨੂੰ ਸਟੇਟ ਦੇ ਵਿੱਚੋਂ ਕੱਢਿਆ, ਜਦੋਂ ਸਟੇਟ ਦੇ ਮੈਨੂੰ ਕੱਢਿਆ ਗਿਆ ਸੀ ਵੇ ਬੈਕ ਇਨ 81, 10 ਵਾਰੇ ਬਾਹਰ ਰਿਹਾ ਸੀ। ਉਸ ਵੇਲੇ ਮੈਨੂੰ ਕਿਹਾ ਸੀ ਬਸ ਉੱਥੋਂ ਨਿਕਲ ਜਾ ਤੂੰ ਹੁਣ, ਵਰਨਾ ਤੇਰੇ ਖਿਲਾਫ ਪਰਚੇ ਹੋ ਜਾਣਗੇ। ਧਮਕੀਆਂ ਵੀ ਆਉਂਦੀਆਂ ਸਰ ਇੱਦਾਂ? ਆਫ ਕੋਰਸ ਮੇਰਾ ਆਪਣੇ ਨਾਲ ਹੋਇਆ ਕਿ ਇਹ ਕੰਮ ਜਿਹੜਾ ਹੈਗਾ, ਉਹ ਕੇਸ ਵੀ ਕਿਸੇ ਸਿੰਪਲ ਜਿਹਾ ਕੇਸ ਸੀ ਕਿ ਮਰਡਰ ਹੈਗਾ, ਤੁਸੀਂ ਮਰਡਰ ਕੀਤਾ, ਇਹ ਜਿਹੜੇ ਹੈਗੇ ਨੇ ਬੇਗੁਨਾਹ ਹੈਗੇ ਨੇ, ਤੇ ਹੁਕਮ ਹੋਏ ਕਿ ਜੀ ਮਰਡਰ ਕੇਸ ਇਹਨੂੰ ਛੱਡ ਕੇ ਇਹਦੇ ਉੱਤੇ ਪਾ ਦਿਓ। ਇਸ ਤਰ੍ਹਾਂ ਦਾ ਕੇਸ ਸੀ। ਮੈਂ ਕਿਹਾ ਜੀ ਮੈਂ ਤੇ ਕਰਦਾ ਨਹੀਂ, ਤੇ ਹੋਇਆ ਸੀ ਠੀਕ ਹੈ ਸਟੇਟ ਛੱਡ ਕੇ ਚਲੇ ਜਾਓ। ਤੇ 10 ਵਾਰੇ ਮੈਂ ਰਿਹਾ, ਐਂਡ ਦੈਟ ਟਰਨ, ਜਿਹਨੂੰ ਕਹਿੰਦੇ ਨਾ ਕੁੱਬੇ ਨੂੰ ਲੱਤ ਜਿਹੜੀ ਕਈ ਵਾਰ ਰਾਸ ਆ ਜਾਂਦੀ ਹੈ, ਦੈਟ ਟਰਨਡ ਆਊਟ ਟੂ ਦ ਬੈਸਟ ਪੀਰੀਅਡ ਆਫ ਮਾਈ ਦਿਸ ਥਿੰਗ। ਮੈਂ ਆਈਬੀ 'ਚ ਰਿਹਾ, ਰॉ ਦੇ ਵਿੱਚ ਰਿਹਾ, ਸੀਬੀਆਈ ਚੈਕਿੰਗ ਕੀਤਾ, ਵਿਦੇਸ਼ ਮੰਤਰਾਲਾ 'ਚ ਕੀਤਾ, 3 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ। ਦੈਟ ਟਰਨਡ ਆਊਟ ਟੂ ਬੀ ਮਾਈ ਬੈਸਟ ਪੋਜੀਸ਼ਨ ਆਫ ਬੈਸਟ ਪੋਸਟਿੰਗ ਆਫ ਮਾਈ ਲਾਈਫ। ਤੇ ਸਾਰੀ ਗੱਲ ਬਸ ਸੁਣੀਏ, ਸਾਡੇ ਨਾਲ ਮੌਜੂਦ ਸਨ ਐਕਸ ਡੀਜੀਪੀ ਸ਼ਸ਼ੀ ਕਾਂਤ, ਜੋ ਪੰਜਾਬ ਪੁਲਿਸ ਵਿੱਚ ਤੇ ਪੰਜਾਬ 'ਚ ਵੀ ਇੱਥੇ ਸੇਵਾਵਾਂ ਦੇ ਚੁੱਕੇ ਨੇ। ਇੰਟਰਵਿਊ ਕਰਨ ਦਾ ਮਕਸਦ ਇਹੀ ਸੀ, ਪੰਜਾਬ ਪੁਲਿਸ 29 ਸੂਬਿਆਂ 'ਚੋਂ 25 ਨੰਬਰ ਤੇ ਆਈ ਹੈ। 9 ਨੁਕਤੇ ਜੋ ਤੁਹਾਨੂੰ ਦੱਸੇ ਇਹਨਾਂ ਨੇ, 9 ਨੁਕਤਿਆਂ ਦਾ ਸਾਰਿਆਂ ਦਾ ਜੇ ਜੋੜ ਕਰ ਲਈਏ ਤਾਂ 25ਵਾਂ ਸਥਾਨ ਆਉਂਦਾ ਹੈ। ਪਹਿਲੇ ਨੰਬਰ ਤੇ ਆਂਧਰਾ ਪ੍ਰਦੇਸ਼ ਆਈ ਹੈ ਤੇ ਅਖੀਰਲੇ ਨੰਬਰ ਤੇ ਬਿਹਾਰ ਆਇਆ ਹੈ। ਹੁਣ ਸੋਚ ਲਓ ਪੰਜਾਬ ਪੁਲਿਸ ਕਿੱਥੇ ਖੜੀ ਹੈ। ਗੱਡੀਆਂ ਦੇ ਉੱਤੇ ਤਾਂ ਪੰਜਾਬ ਪੁਲਿਸ ਦੀਆਂ ਪੰਜਾਬ ਪੁਲਿਸ ਸਟੇਸ਼ਨ ਦੇ ਬਾਹਰ ਵੀ ਲਿਖਿਆ ਹੁੰਦਾ ਵੀ ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਕਿ ਵਾਕਈ ਪੰਜਾਬ ਪੁਲਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।